ਦੋਹਰਾ ਏਕ ਓੰਕਾਰਾ ਸਤਿਗੁਰੂ ਤੈ ਪ੍ਰਸਾਦਿ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਸ਼੍ਰੀ ਨਾਨਕ ਪੁਰਸ਼ੋਤਮ ਪਰਮ ਪਰਾਵਰ ਨਾਥ। ਜੋਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ। ਸ਼੍ਰੀ ਅੰਗਦ ਕੰਦਨ ਬਿਗਨ ਬਦਨ ਸੁਮੰਗਲ ਸਾਲ। ਪਰਨ ਸ਼ਰਨ ਕਰ ਚਰਨ ਕਉ ਨਮਸਕਾਰ ਧਰ ਭਾਲ। ਸ਼੍ਰੀ ਸਤਿਗੁਰ ਬਾਰੇ ਅਮਰ ਜੀ ਸ਼ਰਨ ਨਰਨ ਦੁਖ ਹਰਨ। ਕਾਰਣ ਕਰਨ ਸੁਜਾਨ ਮਨ ਨਮਸਕਾਰ ਤਿਨ ਚਰਨ। ਰਾਮਦਾਸ ਸੁਖ ਰਾਸ ਪ੍ਰਭ ਸੇਵਕ ਤਰਾਸ ਵਿਦਾਰ। ਪਗ ਪਰ ਮੁਰ ਪ੍ਰਣਾਮ ਹੈ ਪਰਣਾ ਸ਼ਰਨ ਵਿਚਾਰ। ਸ਼੍ਰੀ ਅਰਜਨ ਸਰੋਤਾ ਅਰਜ ਸਿਰਜਣ ਆਰਜ ਤਾਹੇ। ਨਰ ਜਿਤ ਜਮ ਜਿਨ ਨਾਮ ਤੇ ਬੰਦੋਂ ਤਿਨ ਜੁਗ ਪਾਏ। ਸ਼੍ਰੀ ਗੁਰੂ ਹਰਗੋਬਿੰਦ ਵਾਰ ਸਨਦ ਬਦ ਧਰ ਧਿਆਨ। ਬੰਦ ਦਊ ਕਰ ਬੰਦਨਾ ਸੁੰਦਰ ਦੁਤ ਮਦਿਨਾ। ਸ਼੍ਰੀ ਸਤਿਗੁਰ ਹਰਿ ਰਾਇ ਨਾਇ ਧਿਆਏ ਅਗ ਜਾਏ। ਕਰ ਪਦ ਪਰ ਪ੍ਰਣਾਮ ਕੋ ਯਹ ਤੇ ਨਿਤ ਸਿਧ ਆਏ। ਦਰਸ਼ਨ ਸ਼੍ਰੀ ਹਰਿ ਕ੍ਰਿਸ਼ਨ ਕਾ ਨਿਪੁੰਨ ਹਰਨ ਜੁਰ ਤੀਨਾ। ਚਰਨ ਮਨੋਹਰ ਬੰਦਨਾ ਜਿਨ ਸਿੱਖਨ ਸੁਖ ਕੀਨਾ। ਤੇਗ ਬਹਾਦਰ ਧਰਮ ਤੁਜ ਹਰਤਾ ਤੁਰਕਨ ਮੂਲਾ। ਚਰਨ ਸ਼ਰਨ ਤਾਰਨ ਤਰਾਣ ਨਮੋ ਹੋਏ ਅਨਕੋਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀ ਧਰਿ ਅਵਤਾਰ। ਖੰਡੇ ਖੰਡ ਪਖੰਡ ਜਿਉ ਤਿਉ ਮਮ ਵਿਘਨ ਨਿਵਾਰ। ਸਰਬ ਪੰਥ ਗੁਰੂ ਗ੍ਰੰਥ ਕਾ ਨਮਸਕਾਰ ਬਵਾਰ। ਸਰਬ ਪੰਥ ਗੁਰੂ ਗ੍ਰੰਥ ਕਾ ਨਮਸਕਾਰ ਬਹੁਬਾਰ। ਸਤਨਾਮ ਸ਼੍ਰੀ ਵਾਹਿਗੁਰੂ ਜੀ ਦੋਹਰਾ। ਦੀਨ ਮਨ ਅਤਿ ਸੁੰਦਰੀ ਪਤ ਬਰਤਾ ਤ੍ਰਿਤਵੰਤ। ਬਹੁ ਸਮਤਾ ਧੀਰਗ ਦੁਸੈ ਜਬ ਇਮ ਭਨਿਓ ਬ੍ਰਿਤੰਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਜ ਰਹੀ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ। ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ ਹੈ। ਸੰਧਿਆ ਵੇਲੇ ਦਰਬਾਰ ਦੇ ਵਿੱਚ ਹਾਜ਼ਰੀ ਭਰਨ ਦਾ ਸਮਾਂ ਬਖਸ਼ਿਆ ਜੀ। ਨਾਮ ਸਿਮਰਨ ਉਪਰੰਤ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਗੁਰਮੁਖਾਂ ਪਾਸੋਂ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕੀਤਾ ਜੀ। ਅਤੇ ਲੜੀਵਾਰ ਕਥਾ ਗੁਰਪ੍ਰਤਾਪ ਸੂਰਜ ਪ੍ਰਕਾਸ਼ ਜੀ ਦੀ, ਜਿਸ ਦੁਆਰਾ ਸਰਬੰਸ ਦਾਨੀ ਅੰਮ੍ਰਿਤ ਦੇ ਦਾਤੇ ਖਾਲਸਾ ਪੰਥ ਦੇ ਬਾਨੀ ਸਾਹਿਬੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੀ ਜੀਵਨ ਕਥਾ ਆਪਾਂ ਸਰਵਣ ਕਰ ਰਹੇ ਹਾਂ। ਦਿੱਲੀ ਦਾ ਤਖਤ ਹਿੰਦੁਸਤਾਨ ਦਾ ਤਖਤ ਗੁਰੂ ਸਾਹਿਬ ਜੀ ਨੇ ਬਹਾਦਰ ਸ਼ਾਹ ਨੂੰ ਦਵਾਇਆ ਤਾਰਾ ਆਜਮ ਨੂੰ ਮਾਰ ਕੇ। ਬਹਾਦਰ ਸ਼ਾਹ ਆਗਰੇ ਚਲਾ ਗਿਆ ਅਤੇ ਮਹਾਰਾਜ ਨੂੰ ਸੁਨੇਹਾ ਭੇਜ ਦਿੱਤਾ ਜ਼ਰੂਰ ਸੋ ਆਗਰੇ ਪਹੁੰਚੋ, ਮੈਂ ਆਪ ਜੀ ਦੀ ਉਡੀਕ ਕਰਾਂਗਾ। ਸੱਚੇ ਪਾਤਸ਼ਾਹ ਜੀ ਨੇ ਦਿੱਲੀ ਦੇ ਵਿੱਚ ਡੇਰੇ ਲਾਏ। ਸੋ ਦਿੱਲੀ ਦੀਆਂ ਸੰਗਤਾਂ ਮਹਾਰਾਜ ਨੂੰ ਕਹਿ ਰਹੀਆਂ ਸੱਚੇ ਪਾਤਸ਼ਾਹ ਜੀ ਤੁਸੀਂ ਦਿੱਲੀ ਵਿੱਚ ਹੀ ਅਟਕੋ ਅਤੇ ਇੱਥੇ ਬੜੀ ਸੰਗਤ ਹੈ ਆਪ ਜੀ ਦੀ। ਪਾਤਸ਼ਾਹ ਕਹਿੰਦੇ ਸੀ ਕਾਰਜ ਬੜੇ ਕਰਨੇ ਨੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕੋਈ ਆਪਣੀ ਜਗ੍ਹਾ ਕਿਸੇ ਨੂੰ ਇੱਥੇ ਛੱਡ ਜਾਓ ਜਿਹਨੂੰ ਅਸੀਂ ਤੁਹਾਡਾ ਸਰੂਪ ਜਾਣ ਕੇ ਉਹਦੀ ਪੂਜਾ ਕਰਾਂਗੇ। ਅਤੇ ਇੰਝ ਸੰਗਤਾਂ ਵੱਲੋਂ ਇਹ ਬੇਨਤੀ ਹੋਈ ਹੈ।
ਤੇ ਉਧਰੋਂ ਗੁਰੂ ਸਾਹਿਬ ਜੀ ਦੇ ਮਹਿਲ ਮਾਤਾ ਸੁੰਦਰ ਕੌਰ ਜੀ, ਤੇ ਉਹ ਗੁਰੂ ਸਾਹਿਬ ਜੀ ਨੂੰ ਕਹਿ ਰਹੇ ਨੇ ਕਿ ਮਹਾਰਾਜ ਜੀ ਵੀ ਤੁਸੀਂ ਸਮਰੱਥਾ ਦੇ ਮਾਲਕ ਹੋ ਤੇ ਲੱਖਾਂ ਸੰਗਤਾਂ ਦੀਆਂ ਕਾਮਨਾਵਾਂ ਤੁਸੀਂ ਪੂਰਨ ਕਰਦੇ ਹੋ, ਤੇ ਇੱਕੋ ਹੀ ਤਾਂ ਮੇਰਾ ਪੁੱਤਰ ਸੀ, ਉਹ ਵੀ ਸ਼ਹੀਦ ਹੋ ਚੁੱਕਾ ਹੈ, ਤੇ ਤੁਸੀਂ ਉਹ ਮੈਨੂੰ ਮਿਲਾ ਦਿਓ, ਤੇ ਜੇ ਮੈਨੂੰ ਮਿਲਾ ਦਿਓ ਤੇ ਫਿਰ ਮੇਰੇ ਮਨ ਨੂੰ ਬੜੀ ਠੰਡ ਪਹੁੰਚ ਜਾਵੇਗੀ ਵੀ ਤੁਹਾਡੇ ਵਾਸਤੇ ਤਾਂ ਕੋਈ ਔਖਾ ਨਹੀਂ, ਤੁਸੀਂ ਜਦ ਚਾਹੋ ਮਿਲਾ ਸਕਦੇ ਹੋ। ਸੋ ਇਹੋ ਜਿਹੀ ਇੱਕ ਬੇਨਤੀ ਮਾਤਾ ਸੁੰਦਰ ਕੌਰ ਜੀ ਨੇ ਕੀਤੀ ਹੈ। ਮਾਤਾ ਹੈ ਤੇ ਪੁੱਤਰ ਵੀ ਮਾਤਾ ਦਾ ਉਹ ਹੈ ਜਿਸ ਵਰਗਾ ਕੋਈ ਹੋ ਨਹੀਂ ਸਕਦਾ। ਸਰਬ ਕਲਾ ਸਮਰੱਥ, ਹਰ ਇੱਕ ਗੁਣ ਨੇ ਜਿਸ ਦੇ ਵਿੱਚ। ਬਾਬਾ ਅਜੀਤ ਸਿੰਘ ਦੇ ਵਿੱਚ ਹਰ ਇੱਕ ਗੁਣ ਸਨ, ਬਹੁਤ ਵੱਡੇ ਮਹਾਨ ਯੋਧੇ ਸਨ ਬਾਬਾ ਅਜੀਤ ਸਿੰਘ ਜੀ, ਤੇ ਉਹਨਾਂ ਦੇ ਮਾਤਾ ਨੇ ਮਾਤਾ ਸੁੰਦਰ ਕੌਰ ਜੀ। ਸੋ ਉਹਨਾਂ ਨੇ ਇੰਝ ਬੇਨਤੀਆਂ ਕੀਤੀਆਂ ਨੇ, ਤੇ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਮਹਾਰਾਜ ਸੋ ਕਿਵੇਂ ਆਪਣੇ ਮਹਿਲਾਂ ਨੂੰ ਧੀਰਜ ਦਿੰਦੇ ਨੇ ਮਾਤਾ ਸੁੰਦਰ ਕੌਰ ਜੀ ਨੂੰ, ਤੇ ਉਹਨਾਂ ਨੂੰ ਦਿੱਲੀ ਦੇ ਵਿੱਚ ਅਟਕਾਉਂਦੇ ਨੇ, ਕਿਉਂਕਿ ਆਉਣ ਵਾਲਾ ਸਮਾਂ ਪਤਾ ਕਿ ਪੰਥ ਦੀ ਅਗਵਾਈ ਵੀ ਕਰਨੀ ਪਵੇਗੀ। ਭੂਤ ਭਵਿੱਖ ਵਰਤਮਾਨ ਤਿੰਨਾਂ ਕਾਲਾਂ ਦੀ ਸੋਝੀ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਤੇ ਮਹਾਰਾਜ ਨੇ ਜੇ ਪੰਥ ਸਾਜਿਆ ਤੇ ਪੰਥ ਦੀ ਰਖਵਾਲੀ ਵੀ ਤਾਂ ਕਰਨੀ ਹੈ, ਤੇ ਉਦੋਂ ਰਖਵਾਲੀ ਕੀਤੀ ਤੇ ਸਤਿਗੁਰੂ ਜੀ ਹੁਣ ਵੀ ਕਰ ਰਹੇ ਨੇ। ਸੋ ਜਿੰਨਾ ਚਿਕਰ ਇਹ ਸ੍ਰਿਸ਼ਟੀ ਦੀ ਖੇਡ ਹੈ ਉਹਨਾਂ ਚਿਕਰ ਪੰਥ ਦੀ ਰਖਵਾਲੀ ਗੁਰੂ ਸਾਹਿਬ ਜੀ ਨੇ ਆਪ ਕਰਨੀ ਹੈ, ਤੇ ਪੰਥ ਚੜ੍ਹਦੀਆਂ ਕਲਾ 'ਚ ਜਾਣਾ ਹੈ। ਆਓ ਇਹ ਪਾਵਨ ਕਥਾ ਸਰਵਣ ਕਰੀਏ ਜੀ। ਦੋਹਰਾ ਦੀਨ ਮਨਾ ਅਤ ਸੁੰਦਰੀ ਪਤ ਵਰਤਾ ਤ੍ਰਿਤਵੰਤ। ਸਤਿਕਾਰਯੋਗ ਮਾਤਾ ਸੁੰਦਰ ਕੌਰ ਜੀ, ਸੋ ਜਿਨ੍ਹਾਂ ਦੇ ਵਿੱਚ ਮਹਾਨ ਧੀਰਜ ਹੈ ਤੇ ਪਤੀ ਵਰਤਾ ਧਰਮ ਦੇ ਵਿੱਚ ਜੋ ਕਿ ਦ੍ਰਿੜ ਹਨ, ਤੇ ਉਹਨਾਂ ਦੇ ਮਨ ਦੀ ਦਸ਼ਾ ਨੂੰ ਗੁਰੂ ਸਾਹਿਬ ਜੀ ਨੇ ਜਦੋਂ ਜਾਣਿਆ ਵੀ ਮਨ ਜਿਹੜਾ ਸੀਗਾ ਹੁਣ ਬਹੁਤ ਜ਼ਿਆਦਾ ਦੀਨ ਸੀ ਪੁੱਤਰ ਦੇ ਵਿਜੋਗ ਵਿੱਚ। ਬਹੁ ਸਮਤਾ ਦੀਰਘ ਦੁਸੈ ਜਬ ਇੰਪਨਿਓ ਬਿਰਤੰਤ। ਉਹਨੂੰ ਬਹੁਤ ਦੁਖੀ ਦੇਖਿਆ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਜਦੋਂ ਬਹੁਤ ਦੁਖੀ ਦੇਖਿਆ ਨਾ, ਉਹਨੇ ਆਪਣੇ ਦਸ਼ਾ ਦੱਸੀ ਵੀ ਮੈਂ ਕਿਵੇਂ ਕੱਟਾਂਗੀ। ਪਤੀ ਤੋਂ ਵੀ ਵਿਛੋੜਾ, ਤਾਂ ਹੁਣ ਗੁਰੂ ਸਾਹਿਬ ਜੀ ਨੇ ਫਿਰ ਦਿੱਲੀ ਤੋਂ ਸੱਦਿਆ ਸੀ, ਤੇ ਪਹਿਲੋਂ ਵੀ ਦਿੱਲੀ ਭੇਜੇ ਸੀ, ਤੇ ਹੁਣ ਵੀ ਮਹਾਰਾਜ ਨੇ ਦਿੱਲੀ ਵਿੱਚ ਇਹਨਾਂ ਨੂੰ ਠਿਕਾਉਣਾ। ਜਦੋਂ ਮਹਾਰਾਜ ਜੀ ਨੇ ਚਮਕੌਰ ਦਾ ਯੁੱਧ ਲੜਿਆ, ਤੇ ਦੋਨਾਂ ਮਾਤਾਵਾਂ ਨੂੰ ਭਾਈ ਮਨੀ ਸਿੰਘ ਜੀ ਦੇ ਨਾਲ ਤੇ ਕੁਝ ਹੋਰ ਸੇਵਾਦਾਰਾਂ ਦੇ ਨਾਲ ਮਾਤਾਵਾਂ ਨੂੰ ਦਿੱਲੀ ਦੇ ਵਿੱਚ ਭੇਜ ਦਿੱਤਾ ਸੀਗਾ। ਇਸ ਕਰਕੇ ਦਿੱਲੀ ਦੀਆਂ ਸੰਗਤਾਂ ਜਿਹੜੀਆਂ ਸਨ, ਸੋ ਉਹਨਾਂ ਦਾ ਮਾਤਾ ਜੀ ਦੇ ਨਾਲ ਦਿਲੀ ਪਿਆਰ ਸੀ, ਸਤਿਕਾਰ ਸੀ। ਤੇ ਪਰ ਜਦੋਂ ਹੁਣ ਦੇਖਿਆ ਸਾਹਿਬ ਜੀ ਨੇ ਕਿ ਪੁੱਤਰ ਦੇ ਵਿਜੋਗ ਦੇ ਵਿੱਚ ਇਹਨਾਂ ਦੇ ਮਨ ਦੀ ਦਸ਼ਾ ਬੜੀ ਹੀ ਦੀਨ ਹੋ ਚੁੱਕੀ ਹੈ, ਤੇ ਇਹਨਾਂ ਨੂੰ ਧੀਰਜ ਦੇਣਾ ਹੁਣ ਬਣਦਾ। ਧੀਰਜ ਤਾਂ ਬਹੁਤ ਹੈ, ਮਾਤਾ ਸੁੰਦਰ ਕੌਰ ਜੀ ਦੇ ਵਿੱਚ ਬੜਾ ਧੀਰਜ ਹੈ, ਪਰ ਹੁਣ ਸੋ ਜਦੋਂ ਮਨ ਵਿੱਚ ਬਾਤ ਹੀ ਆ ਗਈ, ਪੁੱਤਰ ਦੀ ਯਾਦ ਆ ਗਈ, ਤੇ ਵਿਛੋੜੇ ਨੇ ਦੁੱਖ ਦਿੱਤਾ, ਤੇ ਉਹ ਧੀਰਜ ਦੇਣਾ ਵੀ ਬਣਦਾ ਸੀ। ਚੌਪਈ ਸ੍ਰੀ ਸਤਿਗੁਰ ਸੁਨ ਕੈ ਸਭ ਬਾਣੀ। ਸਤਿਗੁਰਾਂ ਨੇ ਆਪਣੇ ਮਹਿਲਾਂ ਮਾਤਾ ਸੁੰਦਰ ਕੌਰ ਜੀ ਦੀ ਇਹ ਜਦੋਂ ਬਾਤ ਸੁਣੀ ਹੈ, ਦੇਨ ਹਰਖ ਮ੍ਰਿਦ ਕੀਨ ਬਖਾਨੀ। ਤੇ ਹੁਣ ਉਹਨਾਂ ਨੂੰ ਸੋ ਧੀਰਜ ਦੇਣ ਵਾਸਤੇ ਤੇ ਸਾਰਾ ਸਿਸਟਮ ਸਮਝਾਉਣ ਵਾਸਤੇ, ਬਾਣੀ ਚਲੋ ਬਾਣੀ ਕਹਿੰਦੀ ਤਾਂ ਬਹੁਤ ਕੁਛ ਹੈ, ਪਰ ਫਿਰ ਵੀ ਪੜ੍ਹਨਾ ਪੈਂਦਾ ਨਾ ਸਮਝਣ ਵਾਸਤੇ। ਸੋ ਜਦ ਸਮਝਣਾ ਪੈਂਦਾ, ਪੜ੍ਹਨਾ ਪੈਂਦਾ, ਤੇ ਨਹੀਂ ਤਾਂ ਮਨ ਇੱਕਦਮ ਡਿੱਗ ਜਾਂਦਾ ਹੈ। ਜਦੋਂ ਬਾਣੀ ਨੂੰ ਆਪਾਂ ਪੜ੍ਹਦੇ ਫੇਰ ਹੀ ਪਤਾ ਲੱਗਦਾ ਗੁਰੂ ਸਾਹਿਬ ਜੀ ਕੀ ਕਹਿ ਰਹੇ ਨੇ। ਤਾਂ ਮਨ ਆਪਣੇ ਖਿਆਲਾਂ ਜਿਹਦੇ ਵਿੱਚ ਆਣ ਕੇ ਨਾ ਤੇ ਬੜਾ ਕੁਝ ਸੋਚ ਲੈਂਦਾ, ਵਿਚਾਰ ਲੈਂਦਾ, ਤੇ ਆਪਣੇ ਮਹਿਲਾਂ ਨੂੰ ਧੀਰਜ ਦੇਣ ਵਾਸਤੇ ਮਹਾਰਾਜ ਨੇ ਇੰਝ ਫਿਰ ਬਚਨ ਕੀਤੇ ਜੀ। ਏ ਸੁਭ ਮਤੇ ਅਖਿਲ ਜੇ ਲੋਕ। ਸਤਿਗੁਰੂ ਜੀ ਕਹਿੰਦੇ ਹੇ ਸੁਭ ਮਤੇ, ਮਾਤਾ ਸੁੰਦਰ ਕੌਰ ਜੀ ਨੂੰ ਮਹਾਰਾਜ ਜੀ ਕਹਿੰਦੇ ਇਹ ਬਹੁਤ ਸਿਆਣੀ ਮੱਤ ਵਾਲੀਏ, ਆ ਜਿੰਨੇ ਵੀ ਲੋਕ ਨੇ, ਜਿੰਨੀ ਵੀ ਕਰਤੇ ਪੁਰਖ ਨੇ, ਇਹ ਦੁਨੀਆ ਦੀ ਖੇਡ ਖੇਡੀ ਹੋਈ ਹੈ। ਨਾਮ ਰੂਪ ਨਾਨਾ ਅਵਲੋਕ। ਫਿਰ ਇਹ ਜਿਤਨੇ ਜੀਆ ਜੰਤ ਸਤਿਗੁਰਾਂ ਨੇ ਮਨ ਦੱਸਿਆ ਨੇ, ਕਹਿੰਦੇ ਕਰਤੇ ਪੁਰਖ ਨੇ ਜੀ ਜੰਤ ਪੈਦਾ ਕਰ ਦਿੱਤੇ, ਤੇ ਹਰੇਕ ਦੇ ਨਾਮ ਰੱਖ ਦਿੱਤੇ ਨਾ। ਮਤਲਬ ਹੁਣ ਨਾਮ ਮਾਤਾ ਪਿਤਾ ਨਾਂ ਰੱਖ ਦਿੰਦੇ ਬੱਚੇ ਦਾ, ਕਿਸੇ ਦਾ ਕੋਈ ਨਾਂ ਆ, ਕਿਸੇ ਦਾ ਕੋਈ ਨਾਂ ਆ,
ਤੇ ਹੁਣ ਬੱਚਿਆਂ ਦੇ ਨਾਂ ਅੱਡ ਅੱਡ, ਬੱਚਿਆਂ ਦੇ ਮਾਤਾ ਪਿਤਾ ਉਹਨਾਂ ਦੇ ਨਾਂ ਅੱਡ ਅੱਡ। ਸੱਚੇ ਪਾਤਸ਼ਾਹ ਕਹਿੰਦੇ ਖੇਡ ਕਿਹਦੀ ਆ? ਖੇਡ ਕਰਤੇ ਪੁਰਖ ਦੀ ਹੈ ਸਾਰੀ। ਬਿਨਸਨ ਹਾਰ ਸਕਲ ਹੀ ਅਹੇ। ਇਹ ਸਾਰੀ ਖੇਡ ਨਾਸ਼ਵੰਤ ਹੈ। ਪਾਤਸ਼ਾਹ ਕਹਿੰਦੇ ਨਾ ਧੀਆਂ ਪੁੱਤਰਾਂ ਨੇ ਰਹਿਣਾ, ਨਾ ਮਾਤਾ ਪਿਤਾ ਨੇ ਰਹਿਣਾ, ਬਲਕਿ ਜੋ ਉਪਜਿਓ ਸੋ ਬਿਨਸ ਹੈ ਪਰੋ ਅੱਜ ਕੇ ਕਾਲ। ਇਸ ਸੰਸਾਰ ਵਿੱਚ ਜੋ ਵੀ ਆਪਾਂ ਵੇਖਦੇ ਸਭ ਕੁਝ ਨਾਸ਼ਵੰਤ ਹੈ। ਪਾਤਸ਼ਾਹ ਕਹਿੰਦੇ ਕੁਝ ਵੀ ਸਥਿਰ ਨਹੀਂ ਰਹਿਣੇ ਵਾਲਾ ਹੈ। ਭੂਤ ਜੋ ਹੋਤੇ ਭਵਿੱਖ ਨਾ ਰਹੇ। ਜੋ ਪਹਿਲਾਂ ਸੀਗੇ, ਭੂਤ ਮਤਲਬ ਪਹਿਲੋਂ ਸੀਗੇ ਜਿਹੜੇ, ਵੀ ਕਿੱਥੇ ਤੈਂਡੇ ਮਾਪੇ ਆ ਜੀ, ਤੇਰੇ ਮਾਤਾ ਪਿਤਾ, ਤੇਰੇ ਮਾਤਾ ਪਿਤਾ ਦੇ ਮਾਤਾ ਪਿਤਾ ਜਿਹਨੀ ਤੂੰ ਜਣੇ ਹੋਏ, ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ, ਤੈਂ ਪਿੱਛੇ ਉਹ ਲੱਦ ਗਏ, ਤੂੰ ਅਜੇ ਨਾ ਪਤੀਣੇ ਹੋਏ, ਜਾ ਚੁੱਕੇ ਨੇ। ਅਜੇ ਵੀ ਤੈਨੂੰ ਸਮਝ ਨਹੀਂ ਪਈ ਸੰਸਾਰ ਦੀ, ਇਸ ਖੇਡ ਦੀ, ਸੰਸਾਰ ਦੀ ਸੱਚਾਈ ਦੀ। ਸੱਚੇ ਪਾਤਸ਼ਾਹ ਕਹਿੰਦੇ ਜੋ ਸਨ ਇਸ ਧਰਤੀ ਤੇ, ਸੋ ਇਸ ਜਿਤ ਆਸਣ ਹਮ ਬੈਸੇ, ਅੱਜ ਜਿਸ ਆਸਣ ਤੇ ਅਸੀਂ ਬੈਠੇ ਹੋਏ ਹਾਂ, ਸਾਡੇ ਤੋਂ ਪਹਿਲਾਂ ਪਤਾ ਨਹੀਂ ਕਿਤਨੇ ਕਿੱਥੇ ਬੈਠ ਚੁੱਕੇ ਨੇ। ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤੇ ਗੁਰਚੇਲੇ ਹੋਏ। ਪਾਤਸ਼ਾਹ ਕਹਿੰਦੇ ਉਹ ਅੱਜ ਨਹੀਂ ਜੋ ਪਹਿਲਾਂ ਸੀਗੇ। ਆਪਨ ਧਰਮ ਗਾਡੋ ਕਰ ਮਰੇ। ਤੇ ਜਿਹੜਾ ਇਸ ਧਰਤੀ ਤੇ ਆ ਕੇ ਆਪਣੇ ਧਰਮ ਦੇ ਵਿੱਚ ਦ੍ਰਿੜ ਹੋ ਕਰਕੇ, ਆਪਣੇ ਧਰਮ ਦੀ ਖਾਤਰ, ਧਰਮ ਦੇ ਵਿੱਚ ਪਰਪੱਕ ਰਹਿ ਕਰਕੇ ਧਰਮ ਦੀ ਖਾਤਰ ਜੂਝਦਾ ਹੋਇਆ ਸ਼ਹੀਦ ਹੋ ਜਾਂਦਾ ਹੈ। ਸੋ ਨਰ ਧਨ ਸਿੰਧ ਜਗ ਤਰੇ। ਉਹ ਧਨ ਹੈ, ਉਹ ਧਨ ਹੈ। ਇਸ ਸੰਸਾਰ ਸਮੁੰਦਰ ਨੂੰ ਜਾਣੋ ਉਸਨੇ ਤਰ ਲਿਆ, ਉਹ ਪਾਰ ਹੋ ਗਿਆ। ਨਰ ਤਨ ਪ੍ਰਾਪਤ ਕੋ ਇਹ ਕਾਜਾ। ਤੇ ਸਰੀਰ ਜਿਹੜਾ ਪ੍ਰਾਪਤ ਹੋਇਆ, ਮਹਾਰਾਜ ਕਹਿੰਦੇ ਇਸੇ ਕੰਮ ਵਾਸਤੇ ਤਾਂ ਸਰੀਰ ਮਿਲਦਾ ਆ। ਸੱਚੇ ਪਾਤਸ਼ਾਹ ਕਹਿੰਦੇ ਸੋ ਭਾਵ ਸੰਸਾਰ ਨੂੰ ਤਰਨਾ ਆ, ਡੁੱਬਣਾ ਨਹੀਂ ਹੈ। ਸੋ ਇਸ ਕਾਰਜ ਵਾਸਤੇ ਇਹ ਤਨ ਮਿਲਿਆ। ਤਾਰਨ ਤਰਨ ਸਮਾਨ ਜਹਾਜਾ। ਤੇ ਉਹ ਧਨ ਹੁੰਦੇ ਨੇ ਜਿਹੜੇ ਆਪ ਵੀ ਤਰਦੇ ਨੇ ਤੇ ਦੂਸਰਿਆਂ ਨੂੰ ਤਾਰਨ ਵਾਸਤੇ ਜਹਾਜ਼ ਦਾ ਰੂਪ ਬਣ ਜਾਂਦੇ ਨੇ। ਉਹ ਧਨ ਹੁੰਦੇ ਨੇ ਪ੍ਰਾਣੀ। ਤੋ ਸੁਤ ਧਰਮ ਛਤਰੀਅਨ ਕੇਰਾ। ਤੇਰਾ ਪੁੱਤਰ ਅਜੀਤ ਸਿੰਘ, ਉਹਨੇ ਕਸ਼ਤਰੀਆ ਧਰਮ ਜਿਹੜਾ ਸੀਗਾ ਉਹ ਨਿਭਾਇਆ। ਤੇ ਉਸਨੇ ਜੋ ਖਾਲਸਾ ਪੰਥ ਦੀ ਰਹੁ ਰੀਤ ਮਰਜ਼ਾਦਾ ਸੀ, ਵੀ ਜਿਹੜਾ ਖਾਲਸਾ ਅੱਗੇ ਹੋ ਕੇ ਯੁੱਧ ਕਰੇਗਾ, ਪਿੱਛੇ ਪੈਰ ਨਹੀਂ ਉਹ ਹਟਾਵੇਗਾ, 1.25 ਲੱਖ ਦੇ ਨਾਲ ਭਿੜ ਜਾਊਗਾ। ਪਾਤਸ਼ਾਹ ਕਹਿੰਦੇ ਜਿਹੜੇ ਇਹ ਖਾਲਸੇ ਦੀ ਰਹੁ ਰੀਤ ਮਰਜ਼ਾਦਾ, ਸੋ ਕਸ਼ਤਰੀਆਂ ਤੋਂ ਵੀ ਉੱਪਰ ਹੋ ਗਿਆ ਵੀ 1.25 ਲੱਖ ਦੇ ਨਾਲ ਭਿੜ ਜਾਣਾ ਤੇ ਜੂਝ ਕੇ ਸ਼ਹੀਦ ਹੋਣਾ, ਪੁਰਜਾ ਕੱਟ ਮਰੇ। ਇਹ ਧਰਮ ਨੂੰ ਉਹਨਾਂ ਨੇ ਨਿਭਾਇਆ, ਤੁਹਾਡੇ ਪੁੱਤਰ ਨੇ। ਰਣ ਮਹਿ ਸੋ ਨਿਰਵਾਹ ਵਡੇਰਾ। ਸੋ ਯੁੱਧ ਦੇ ਮੈਦਾਨ ਦੇ ਵਿੱਚ ਉਹਨਾਂ ਨੇ ਆਪਣੇ ਧਰਮ ਨੂੰ ਨਿਭਾਉਣਾ ਕੀਤਾ। ਸਤਰ ਸੈਂਕੜੇ ਖੇਤ ਗਿਰਾਏ। ਤੇ ਫਿਰ ਸੈਂਕੜਿਆਂ ਨੂੰ ਯੁੱਧ ਦੇ ਮੈਦਾਨ ਦੇ ਵਿੱਚ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਸਦਾ ਦੀ ਨੀਂਦੇ ਸਵਾਲਿਆ, ਜੂਝ ਕੇ ਸ਼ਹੀਦ ਹੋਏ ਨੇ। ਆਪ ਜੂਝ ਸੁਰ ਲੋਕ ਸਿਧਾਏ। ਪੁਰਜਾ ਕੱਟ ਮਰੇ ਕਬਹੂ ਨਾ ਛਾਡੇ ਖੇਤ। ਉਸ ਵੇਲੇ ਦਾ ਜਿਹੜਾ ਸਰਕਾਰੀ ਅਖਬਾਰ ਸੀ, ਉਹਦੀ ਰਿਪੋਰਟ ਸੀ ਕਿ ਜਦੋਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੇ ਸਰੀਰ ਦੇ ਉੱਤੇ ਜ਼ਖਮਾਂ ਦੀ ਗਿਣਤੀ ਕੀਤੀ ਗਈ, 392 ਜ਼ਖਮ, 400 ਦੇ ਨੇੜੇ ਜ਼ਖਮ ਸੀ ਬਾਬਾ ਜੀ ਦੇ ਸਰੀਰ ਦੇ ਉੱਤੇ। ਤੇ ਪੁਰਜਾ ਕੱਟ ਮਰੇ। ਸੋ ਪੁਰਜਾ ਫਿਰ ਇੰਨੇ ਤਾਂ ਜੋੜ ਵੀ ਨੇ ਸਰੀਰ ਦੇ, ਸੋ ਬੰਦ ਵੀ ਲਾ ਲਓ, ਚਲੋ ਇੰਨੇ ਤਾਂ ਬੰਦ ਵੀ ਨਹੀਂ ਹੁੰਦੇ। ਉਹਨਾਂ ਦਾ ਅੰਗ ਅੰਗ ਕੀ, ਸੋ ਰੋਮ ਰੋਮ ਵਿੰਨ ਦਿੱਤਾ ਸੀ ਸ਼ਸਤਰਾਂ ਦੇ ਨਾਲ। ਸੋ ਇਹ ਤੁਹਾਡਾ ਪੁੱਤਰ ਤਾਂ ਜੂਝ ਕੇ ਸ਼ਹੀਦ ਹੋ ਕੇ ਵੀਰਗਤੀ ਨੂੰ ਪ੍ਰਾਪਤ ਹੋਇਆ ਹੈ। ਜਹ ਸਭ ਰੀਤਨ ਕੇ ਸੁਖ ਅਹੈ। ਪਤਾ ਕਿਹੜੇ ਲੋਕ ਗਿਆ? ਮਹਾਰਾਜ ਨੇ ਆਪਣੇ ਮਹਿਲਾਂ ਮਾਤਾ ਸੁੰਦਰ ਕੌਰ ਨੂੰ ਆਖਿਆ, ਤੁਹਾਡਾ ਪੁੱਤਰ ਕਿੱਥੇ ਗਿਆ? ਜਿੱਥੇ ਸਾਰੇ ਸੁੱਖ ਹੁੰਦੇ ਨੇ, ਹਰ ਇੱਕ ਪ੍ਰਕਾਰ ਦੇ ਹਰ ਤਰ੍ਹਾਂ ਕਰਕੇ
ਜਿੱਥੇ ਨਾ ਖੌਫ ਹੈ, ਨਾ ਖਤਾ, ਨਾ ਤਰਸ, ਨਾ ਜਵਾਲ, ਕਿਸੇ ਕਿਸਮ ਦਾ ਕੋਈ ਡਰ ਨਹੀਂ, ਕੋਈ ਢਹਿੰਦੀ ਕਲਾ ਨਹੀਂ ਹੈ, ਨਾ ਤਸਫੀਸ ਖਰਾਜ, ਨਾ ਮਾਲ, ਸੋ ਕੋਈ ਟੈਕਸ ਨਹੀਂ ਕਿਸੇ ਕਿਸਮ ਦਾ ਵੀ। ਜਿੱਥੇ ਰਹਿਣੇ ਵਾਲੇ ਲੋਕ ਬੜੇ ਮਾਮੂਰ ਨੇ, ਸੋ ਬਹੁਤ ਹੀ ਅਮੀਰ ਨੇ, ਅੰਦਰੋਂ ਅਮੀਰ ਨੇ। ਸੋ ਉਹ ਸ਼ਲੋਕ ਦੇ ਵਿੱਚ ਜਿੱਥੇ ਕੋਈ ਗਮ ਨਹੀਂ ਹੈ, ਜਿੱਥੇ ਸਾਰੇ ਸੁੱਖ ਹੁੰਦੇ ਨੇ, ਤੇਰਾ ਪੁੱਤਰ ਜਿਹੜਾ ਆ, ਹੇ ਸੁਮਤਵੰਤੇ, ਮਾਤਾ ਸੁੰਦਰੀ ਨੂੰ ਆਪਣੇ ਮਹਿਲਾਂ ਨੂੰ ਕਹਿ ਰਹੇ ਨੇ ਸਤਿਗੁਰੂ ਜੀ, ਤੇਰਾ ਪੁੱਤਰ ਦਾ ਉਸ ਲੋਕ ਵਿੱਚ ਵਾਸਾ ਹੋਇਆ ਹੈ। ਵੇਦ ਪੁਰਾਨ ਸਾਖ ਸਭ ਕਹੈ। ਵੇਦਾਂ ਦੇ ਵਿੱਚ 4 ਵੇਦ, ਸੋ ਇਸੇ ਤਰ੍ਹਾਂ ਹੀ 18 ਪੁਰਾਣ, ਸਾਖ 6 ਸ਼ਾਸਤਰ, ਇਹਨਾਂ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਉਸ ਲੋਕ ਦਾ। ਜਿੱਥੇ ਕੋਈ ਦੁੱਖ ਨਹੀਂ ਹੈ ਤਾਂ ਕੋਈ ਤਕਲੀਫ ਨਹੀਂ ਹੈ, ਤੇ ਉੱਥੇ ਪਹੁੰਚਣਾ ਬੜਾ ਔਖਾ, ਤੇ ਕੋਈ ਸੈਂਕੜੇ ਵਰੇ, ਹਜ਼ਾਰਾਂ ਵਰੇ ਕੋਈ ਤਪ ਕਰਦਾ ਰਹੇ, ਫੇਰ ਵੀ ਜਾ ਕੇ ਉਹ ਨਹੀਂ ਲੋਕ ਪ੍ਰਾਪਤ ਹੁੰਦਾ। ਜਾਗਤ ਕੋ ਜੋਗ ਈਸ਼ਰ ਬਾਂਛਤ ਸੋਗਤ ਛਿਨਵੈ ਪਾਈ। ਯੁੱਧ ਦੇ ਮੈਦਾਨ ਦੇ ਵਿੱਚ ਬਸ ਉਹ ਥੋੜ੍ਹੇ ਭਰ ਦੀ ਤਕਲੀਫ ਹੁੰਦੀ, ਜਦੋਂ ਸ਼ਾਸਤਰ ਮੂੰਹ 'ਤੇ ਵੱਜਦੇ, ਅੱਖ 'ਤੇ ਵੱਜਣਾ, ਮੁੱਖ 'ਤੇ, ਨੱਕ 'ਤੇ, ਸਿਰ 'ਤੇ, ਤੇ ਜਦੋਂ ਬਾਬਾ ਜੀ ਦੇ ਸ਼ਾਸਤਰ ਵੱਜੇ ਹੋਣਗੇ, ਇੰਨੇ ਜ਼ਖਮ, ਇੰਨੇ ਸ਼ਾਸਤਰ 'ਤੇ, ਦੁੱਖ ਤਾਂ ਹੈ ਉਸ ਵੇਲੇ ਦਾ, ਪਰ ਥੋੜ੍ਹੇ ਸਮੇਂ ਦਾ ਦੁੱਖ ਤੇ ਬਸ ਸदैवी ਸੁੱਖ ਦੇ ਦਿੰਦਾ ਹੈ। ਤੇ ਉੱਥੇ ਸਾਰੇ ਸੁੱਖ ਨੇ ਜਿੱਥੇ ਤੇ ਤੁਹਾਡੇ ਪੁੱਤਰ ਦਾ ਹੁਣ ਵਾਸਾ ਹੋਇਆ ਹੈ। ਓੜਸ ਬਰਖ ਆਰ ਬਲ ਤਨ ਕੀ। ਹੁਣ ਇੱਕ ਹੋਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦ੍ਰਿਸ਼ਟਾਂਤ ਦਿੱਤਾ ਹੈ। ਜੇ ਹੁਣ ਸਰੀਰ ਤੰਦਰੁਸਤ ਨਾ ਹੋਵੇ ਤੇ ਸੁੱਖ ਜਿੰਨੇ ਮਰਜ਼ੀ ਹੋਣ, ਸਰੀਰ ਤੰਦਰੁਸਤ ਚਾਹੀਦਾ ਤੇ ਜਵਾਨ ਚਾਹੀਦਾ, ਫੇਰ ਮਾਇਆਵੀ ਸੁੱਖ ਜਿਹੜੇ ਨੇ ਭੋਗੇ ਜਾਂਦੇ ਨੇ। ਹੁਣ ਮਹਾਰਾਜ ਉਹਦਾ ਜ਼ਿਕਰ ਕਰਦੇ ਨੇ ਆਪਣੇ ਮਹਿਲਾਂ ਨੂੰ, ਮਾਤਾ ਸੁੰਦਰ ਕੌਰ ਜੀ ਨੂੰ। ਕਹਿੰਦੇ ਚਲੋ ਹੁਣ ਕਿਸੇ ਦੀ 16 ਸਾਲ ਦੀ ਉਮਰ ਹੋਵੇ, ਸਰੀਰ ਦੇ ਵਿੱਚ ਬਲ ਵੀ ਬਹੁਤਾ ਹੋਵੇ, ਚੜ੍ਹਦੀ ਜਵਾਨੀ ਵਾਲਾ ਹੋਵੇ, ਸਭ ਪ੍ਰਾਪਤ ਅਭਿਲਾਖਾ ਮਨ ਕੀ। ਤੇ ਫਿਰ ਮਨ ਦੀ ਹਰ ਇੱਕ ਇੱਛਾ ਉਸ ਦੀ ਪੂਰੀ ਹੁੰਦੀ ਹੋਵੇ। ਵੀ ਤਾਂ ਹੁਣ ਰਾਜਿਆਂ ਮਹਾਰਾਜਿਆਂ ਦਾ ਹੁੰਦਾ ਨਾ ਜੀ, ਸੋ ਜਿਹੜੀ ਗੱਲ ਕਹਿ ਦੇਣੀ ਉਸੇ ਵੇਲੇ ਇੱਛਾ ਪੂਰੀ। ਜਿਹੜੇ ਪੁਰਾਣੇ ਰਾਜੇ ਹੁੰਦੇ ਸੀ ਜੋ ਮੂੰਹ 'ਚ ਬੋਲ ਦੇਣਾ, ਕਾਨੂੰਨ ਵੀ ਉਹੀ ਹੁੰਦਾ ਸੀਗਾ। ਸੋ ਹਰ ਇੱਕ ਪ੍ਰਕਾਰ ਦੀ ਮਨ ਦੀ ਅਭਿਲਾਖਾ ਪੂਰੀ ਹੁੰਦੀ ਹੋਵੇ, ਤੇ ਉਮਰ ਹੋਵੇ 16 ਸਾਲ ਦੀ, ਤੇ ਸਰੀਰ ਹੋਵੇ ਰਿਸ਼ਟ ਪੁਸ਼ਟ। ਚੱਕਰਵਰਤ ਮਹਿ ਮੰਡਲ ਰਾਜੂ। ਤੇ ਰਾਜ ਭਾਗ ਦਾ ਮਾਲਕ ਹੋਵੇ, ਉਹ ਵੀ ਚੱਕਰਵਰਤੀ ਰਾਜਾ ਹੋਵੇ, ਤੇ ਉਸ ਦੇ ਅਧੀਨ ਛੋਟੀਆਂ ਛੋਟੀਆਂ ਰਿਆਸਤਾਂ ਦੇ ਕਈ ਰਾਜੇ ਆਉਂਦੇ ਹੁਣ, ਰਾਜੇ ਵੀ ਜਿਸ ਨੂੰ ਝੁਕ ਝੁਕ ਕੇ ਸਲਾਮਾਂ ਕਰਦੇ ਹੋਵਣ। ਮਿਟੈ ਨ ਆਇਸ ਕਿਤਹੁ ਕੋ ਕਾਜੂ। ਤੇ ਫਿਰ ਉਸ ਦੀ ਆਗਿਆ ਨੂੰ ਕੋਈ ਮੋੜਦਾ ਨਾ ਹੋਵੇ, ਨਾ ਦੇਸ਼ ਦੇ ਅੰਦਰ ਨਾ ਦੇਸ਼ ਦੇ ਬਾਹਰ। ਹੁਕਮ ਹਾਸਲ ਕਰੀ ਬੈਠਾ ਤਖਤ ਰੱਖੈ ਪਾਓ। ਸੋ ਹੁਣ ਉਹ ਰਾਜਾ ਹੀ ਕਾਹਦਾ, ਤੇ ਜੇ ਉਸ ਨੂੰ ਸਲਾਮ ਹੀ ਨਹੀਂ ਹੋ ਰਹੀ, ਸੋ ਜੋ ਸਲਾਮ ਹੋਵੇ ਨਾ ਫੇਰ ਹੀ ਰਾਜਾ ਦਾ ਹੁਕਮ ਮੰਨਿਆ ਜਾਵੇ, ਫੇਰ ਹੀ ਰਾਜਾ। ਦੇਸ਼ ਦੇ ਅੰਦਰ ਵੀ ਉਸ ਦਾ ਹੁਕਮ ਮੰਨਿਆ ਜਾਵੇ, ਤੇ ਦੇਸ਼ ਦੇ ਬਾਹਰ ਵੀ ਜੋ ਰਾਜੇ ਨੇ ਉਹ ਵੀ ਉਸ ਨੂੰ ਟੈਕਸ ਭਰਨ। ਕਰਨ ਰਮਨ ਰਮਨੀਨ ਨਵੀਨ। ਫਿਰ ਉਸ ਦੇ ਪਾਸ ਪਈ ਉਸ ਦੇ ਹਰਮ ਦੇ ਵਿੱਚ ਸੁੰਦਰ ਸੁੰਦਰ ਇਸਤਰੀਆਂ ਹੋਣ, ਜਿਨ੍ਹਾਂ ਨੂੰ ਉਹ ਭੋਗਦਾ ਹੋਵੇ। ਇਤਿਆਦਿਕ ਆਨੰਦ ਜਗ ਪੀਨ। ਇੰਜ ਸੰਸਾਰ ਦੇ ਜਿਹੜੇ ਆਨੰਦ ਨੇ ਹਨ, ਜਿਹੜੇ ਮਾਇਆਵੀ ਸੁੱਖ ਨੇ, ਉਹਨਾਂ ਦੇ ਵਿੱਚੋਂ ਕਿਸੇ ਵੀ ਸੁੱਖ ਦੀ ਕਮੀ ਨਾ ਹੋਵੇ। ਉਸ ਦੇ ਕੋਲ ਸਾਰੇ ਮਾਇਆਵੀ ਸੁੱਖ ਹੋਣ। ਜਿਸ ਆਨੰਦ ਕੋ ਕਨਕਾ ਏਹੂ। ਪਰ ਜਿਸ ਆਨੰਦ ਦੇ ਵਿੱਚ ਅੱਜ ਤੇਰਾ ਪੁੱਤਰ ਅਜੀਤ ਸਿੰਘ ਚਲਾ ਗਿਆ, ਉਸ ਆਨੰਦ ਦਾ ਇੱਕ ਕਣਕਾ ਮਾਤਰ, ਇੱਕ ਕਿਣਕਾ। ਸੋ ਇਸ ਆਨੰਦ, ਇਹ ਸਾਰੇ ਆਨੰਦ, ਸਾਰਾ ਆਨੰਦ ਜਿਹੜਾ ਉਹਦੇ ਕਿਣਕੇ ਦੇ ਤੁੱਲ ਵੀ ਨਹੀਂ ਹੈ। ਸੋ ਉਹਦਾ ਕਿਣਕਾ ਮਾਤਰ ਜਿਹੜਾ ਆ, ਸੋ ਉਹੀ ਇਹਦੇ ਵਾਸਤੇ ਬੜਾ। ਤਿਸ ਆਨੰਦ ਸੋ ਮਿਲਿਓ ਅਛੇਹੂ। ਤੇ ਸਾਹਿਬਜ਼ਾਦਾ ਅਜੀਤ ਸਿੰਘ ਉਸ ਆਨੰਦ ਦੇ ਵਿੱਚ ਅਭੇਦ ਹੋ ਗਿਆ,
ਤੂੰ ਕਿਹੜੀਆਂ ਗੱਲਾਂ ਕਰ ਰਹੀ, ਕਿਸ ਬਾਤ ਦਾ ਤੂੰ ਸ਼ੋਕ ਕਰ ਰਹੀ ਹੈ। ਨਿਜ ਨੰਦਨ ਆਨੰਦ ਬਿਲੰਦ, ਸੋ ਬਹੁਤ ਵੱਡੇ ਆਨੰਦ ਦੇ ਵਿੱਚ ਹੈ ਤੇਰਾ ਪੁੱਤਰ। ਨਿਸ਼ਚੈ ਜਾਣ ਲਿਹੋ ਮਤਵੰਦ, ਹੇ ਬਹੁਤ ਸਿਆਣੀ ਸੁਮਤਵੰਤੇ, ਇਸ ਬਾਤ ਦੇ ਵਿੱਚ ਨਿਸ਼ਚਾ ਕਰ। ਸੱਚੇ ਪਾਤਸ਼ਾਹ ਗੱਲ ਕਹਿੰਦੇ ਹੁੰਦੇ ਸੀ, ਕਹਿੰਦੇ ਮਹਾਰਾਜ ਤਾਂ ਇੱਥੇ ਤੱਕ ਜਦੋਂ ਖਾਲਸੇ ਦੀ ਮਹਿਮਾ ਕੀਤੀ ਹੈ, ਮਹਾਰਾਜ ਪਾਤਸ਼ਾਹ ਕਹਿੰਦੇ ਜਿਹੜੀ ਮਹਿਮਾ ਤੁਹਾਨੂੰ ਮੈਂ ਸੁਣਾਈ ਆ ਨਾ, ਸੋ ਜਾਂ ਮੈਂ ਮੱਥ ਨਾ ਮਿਥਿਆ ਪਾਖੀ, ਰੰਚ ਨਾ ਮਿਥਿਆ ਪਾਖੀ। ਕਹਿੰਦੇ ਰੰਚ ਜਿੰਨਾ ਵੀ ਝੂਠ ਨਹੀਂ ਬੋਲਿਆ। ਪਾਰ ਬ੍ਰਹਮ ਗੁਰੂ ਨਾਨਕ ਸਾਖੀ, ਕਹਿੰਦੇ ਗੁਰੂ ਨਾਨਕ ਪਰਮੇਸ਼ਰ ਸਾਖੀ ਹੈ। ਮੈਂ ਥੋੜ੍ਹਾ ਜਿੰਨਾ ਵੀ ਝੂਠ ਨਹੀਂ ਬੋਲਿਆ, ਜੋ ਖਾਲਸੇ ਦੀ ਉਪਮਾ ਕੀਤੀ, ਖਾਲਸੇ ਦੀ ਮਹਿਮਾ ਕੀਤੀ ਹੈ। ਸੋ ਨਿਸ਼ਚੈ ਵਾਲੀ ਗੱਲ ਗੁਰੂ ਕਲਗੀਧਰ ਬੜਾ ਕਹਿੰਦੇ ਹੁੰਦੇ, ਕਹਿੰਦੇ ਨਿਸ਼ਚੈ ਕਰ ਆਪਣੀ ਜੀਤ ਕਰੋ, ਅਤੇ ਨਿਸ਼ਚੈ ਤੋਂ ਬਿਨਾਂ ਕੋਈ ਵੀ ਕੰਮ ਨਹੀਂ ਹੁੰਦਾ। ਹੁਣ ਮਾਤਾ ਸੁੰਦਰ ਕੌਰ ਜੀ ਨੂੰ ਸਮਝਾਉਂਦੇ ਨੇ, ਕਹਿੰਦੇ ਸਮਝ ਲਓ, ਨਿਸ਼ਚੈ ਕਰੋ ਇਸ ਗੱਲ ਨੂੰ। ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸ ਰਿਹਾ, ਇਹਦੇ ਵਿੱਚ ਕੋਈ ਝੂਠ ਨਹੀਂ ਹੈ। ਤਿਸ ਕੋ ਸ਼ੋਕ ਨਾ ਸੁਮਤਿ ਕਰੋ, ਹੇ ਸਿਆਣੀਏ, ਹੇ ਸੋਹਣੀ ਮੱਤ ਵਾਲੀਏ, ਆਪਣੇ ਸਾਹਿਬਜ਼ਾਦੇ ਦੇ ਵਾਸਤੇ ਕੋਈ ਸ਼ੋਕ ਨਾ ਕਰੋ ਤੁਸੀਂ। ਪੁਰ ਮਹਿ ਰਹਿਣ ਮਨੋਰਥ ਧਰੋ, ਇਸ ਕਰਕੇ ਤੁਸੀਂ ਦਿੱਲੀ ਦੇ ਵਿੱਚ ਰਹਿਣ ਲਈ ਆਪਣੇ ਮਨ ਨੂੰ ਮਨਾਓ। ਪਾਤਸ਼ਾਹ ਕਹਿੰਦੇ ਇੱਥੇ ਰਹੋ ਤੁਸੀਂ ਦਿੱਲੀ ਵਿੱਚ। ਹਿਰਦੈ ਧਿਆਨ ਹਮ ਕੋ ਨਿਤ ਧਿਆਵਹੁ, ਤੇ ਤੁਸੀਂ ਆਪਣੇ ਹਿਰਦੇ ਦੇ ਵਿੱਚ ਹਰ ਵਕਤ ਸਾਡਾ ਧਿਆਨ ਧਾਰਨ ਕਰਕੇ ਰੱਖਣਾ ਹੈ। ਸੋ ਜਦੋਂ ਨਾਲੇ ਮਾਤਾ ਸੁੰਦਰ ਕੌਰ ਜੀ ਤਾਂ ਜਦ ਚਾਹੁਣ, ਪਹਿਲੀ ਗੱਲ ਤਾਂ ਗੁਰੂ ਸਾਹਿਬ ਜੀ ਦਾ ਸਰੂਪ ਉਹਨਾਂ ਦੇ ਹਿਰਦੇ ਦੇ ਵਿੱਚੋਂ ਕਦੀ ਵਿਸਰਦਾ ਹੀ ਨਹੀਂ ਸੀ ਹੁੰਦਾ। ਉਹ ਸਰੂਪ ਜਿਹੜਾ ਆ ਸਾਡਾ ਆਪਣੇ ਹਿਰਦੇ ਦੇ ਵਿੱਚ ਸਾਨੂੰ ਟਿਕਾ ਕੇ ਰੱਖੋ। ਨਿਕਟ ਦਰਸ਼ ਕੋ ਸੁਖ ਫਲ ਪਾਵਹੁ, ਫਿਰ ਇਹਦੇ ਨਾ ਇਹ ਜਿਹੜਾ ਹਿਰਦੇ ਦੇ ਵਿੱਚ ਝਾਤੀ ਮਾਰਨੀ, ਹਿਰਦੇ 'ਚ ਦਰਸ਼ਨ ਕਰਨੇ, ਅਤੇ ਜਦੋਂ ਆਪਾਂ ਹਿਰਦੇ 'ਚ ਝਾਤੀ ਮਾਰਦੇ ਨੇ, ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਜਦੋਂ ਸ਼ਬਦ ਅਤੇ ਸੁਰਤ ਦਾ ਮੇਲ ਹੁੰਦਾ ਹੈ, ਉਹ ਫਿਰ ਹਾਜ਼ਰਾ ਹਜ਼ੂਰ ਜਾਰਾ ਹਜ਼ੂਰ, ਸੋ ਆਮਣੇ ਸਾਹਮਣੇ ਸੋ ਦਰਸ਼ਨ ਹੁੰਦੇ ਆ ਅਕਾਲ ਪੁਰਖ ਦੇ, ਅਤੇ ਉਹਦਾ ਸੁੱਖ ਬੜਾ। ਸੱਚੇ ਪਾਤਸ਼ਾਹ ਕਹਿੰਦੇ ਜੇ ਤੁਸੀਂ ਹਿਰਦੇ ਵਿੱਚ ਸਾਨੂੰ ਟਿਕਾਓਗੇ, ਹਿਰਦੇ ਵਿੱਚੋਂ ਸਾਨੂੰ ਵੇਖੋਗੇ, ਬਹੁਤ ਤੁਹਾਨੂੰ ਅਸੀਂ ਨੇੜੇ ਦਿਸਾਂਗੇ, ਅਤੇ ਇੰਝ ਹਾਜ਼ਰੀ ਦੇ ਹਜ਼ੂਰੀ ਦੇ ਜਿਹੜੇ ਦਰਸ਼ਨ ਹੋਣਗੇ, ਉਹਦੇ ਵਿੱਚ ਤੁਹਾਨੂੰ ਬੜਾ ਸੁੱਖ ਅਨੁਭਵ ਹੋਵੇਗਾ। ਪਰਾ ਲਬਦ ਤਨ ਕੀ ਸਭ ਭੋਗ, ਤੇ ਤੁਸੀਂ ਦਿੱਲੀ ਦੇ ਵਿੱਚ ਹੀ ਸਾਰੀ ਆਪਣੀ ਉਮਰ ਭੋਗੋ, ਇੱਥੇ ਹੀ ਤੁਸੀਂ ਰਹੋ। ਪਹੁੰਚੋ ਅੰਤ ਹਮਾਰੇ ਲੋਗ, ਤੇ ਇੱਥੇ ਸਾਰੀ ਆਪਣੀ ਉਮਰ ਭੋਗ ਕੇ ਅੰਤ ਨੂੰ ਤੁਸੀਂ ਫਿਰ ਸਾਡੇ ਲੋਕ ਆ ਜਾਣਾ ਹੈ। ਅਪਰ ਤ੍ਰਿਯਨ ਸਮ ਤੋਹਿ ਨਹੀਂ ਚਾਹੀਏ ਹੈ। ਹੋਰ ਬਾਕੀ ਜਿਵੇਂ ਔਰਤਾਂ ਹੁੰਦੀਆਂ ਨਾ, ਸੋ ਉਹਨਾਂ ਵਾਂਗੂ ਤੁਸੀਂ ਥੋੜ੍ਹੀ ਹੋ, ਪਾਤਸ਼ਾਹ ਕਹਿੰਦੇ। ਤੇ ਜੇ ਉਹਨਾਂ ਵਰਗੇ ਤੁਸੀਂ ਨਹੀਂ ਹੋ, ਤੇ ਆਮ ਔਰਤਾਂ ਵਾਂਗ ਤੁਹਾਨੂੰ ਨਹੀਂ ਕਰਨਾ ਚਾਹੀਦਾ। ਪਾਤਸ਼ਾਹ ਕਹਿੰਦੇ ਜਿਵੇਂ ਆਮ ਔਰਤਾਂ ਪੁੱਤਰ ਦੇ ਮੋਹ ਦੇ ਵਿਜੋਗ ਦੇ ਵਿੱਚ ਫਿਰ ਆਪਣਾ ਮਾਨਸਿਕ ਸੰਤੁਲਨ ਖੋਹ ਬੈਠਦੀਆਂ, ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਉਹਨਾਂ ਵਿੱਚੋਂ ਥੋੜ੍ਹੀ ਹੋ। ਹਮਾਰੀ ਸੰਗਤ ਕੋ ਫਲ ਲਹੀ ਹੈ, ਸੋ ਜੋ ਸਾਡੀ ਸੰਗਤ ਹੈ, ਸੋ ਜੋ ਸਾਡਾ ਤੁਹਾਡੇ ਨਾਲ ਸੰਬੰਧ ਹੈ, ਸਾਡੇ ਨਾਲ ਜੋ ਸੰਗਤ ਹੈ, ਤਾਂ ਫਲ ਦੇਖੋ ਨਾ ਕਿੰਨਾ। ਪਾਤਸ਼ਾਹ ਕਹਿੰਦੇ ਉਹ ਫਲ ਤੁਸੀਂ ਭੋਗੋ, ਉਹ ਫਲ ਪ੍ਰਾਪਤ ਕਰੋ, ਉਹ ਆਤਮਿਕ ਸੁੱਖ ਲਵੋ। ਸਿੱਖਨ ਕੋ ਕੀਜਹਿ ਕਲਿਆਣ, ਇੱਥੇ ਰਹਿ ਕੇ ਆਪ ਬਾਣੀ ਪੜ੍ਹੋ ਤੇ ਸਿੱਖਾਂ ਨੂੰ ਬਾਣੀ ਪੜ੍ਹਨ ਵਾਸਤੇ ਆਖੋ, ਸਿੱਖਾਂ ਨੂੰ ਸੇਵਾ ਦਾ ਸਮਾਂ ਦਿਓ, ਤੇ ਸਿੱਖਾਂ ਦੀ ਕਲਿਆਣ ਕਰੋ ਬਾਣੀ ਦੁਆਰਾ। ਵਸੀਹ ਦਿੱਲੀ ਪੁਰ ਰੁਚ ਠਾਨ, ਤੇ ਇਹਦੇ 'ਚ ਨਾ ਰੁਚੀ ਦੇ ਨਾਲ, ਪਿਆਰ ਦੇ ਨਾਲ, ਸੰਗਤਾਂ ਦੇ ਵਿੱਚ ਪਿਆਰ ਦੇ ਨਾਲ ਸੰਗਤਾਂ ਨੂੰ ਸੇਵਾ ਦਾ ਮੌਕਾ ਦਿਓ, ਤੇ ਦਿੱਲੀ ਦੇ ਵਿੱਚ ਤੁਸੀਂ ਰਹੋ ਉਤਸ਼ਾਹ ਦੇ ਨਾਲ, ਸਾਡਾ ਕਹਿਣਾ ਮੰਨ ਕੇ। ਅਪਰ ਵਾਰਤਾ ਕੀ ਅਭਿਲਾਖਨ, ਤੇ ਹੋਰ ਕੁਛ ਵੀ ਤੁਸੀਂ ਸਾਨੂੰ ਕਹਿਣਾ ਚਾਹੁੰਦੇ ਹੋ, ਕੁਝ ਮੰਗਣਾ ਚਾਹੁੰਦੇ ਹੋ, ਪਾਤਸ਼ਾਹ ਕਹਿੰਦੇ ਕੋਈ ਵੀ ਗੱਲ ਕਰਨੀ, ਕਿਸੇ ਪ੍ਰਕਾਰ ਦੀ ਮਨ ਦੀ ਕੋਈ ਵਿਲਾਖਾ ਹੋਵੇ ਤੁਹਾਡੇ ਅੰਦਰ,
ਸੋ ਪੁਰਬ ਹੋ ਹਮ ਸੋ ਕਰ ਭਾਖਨ। ਤੇ ਉਹ ਪੂਰੀ ਕਰ ਦਿੰਦੇ ਆ, ਮੰਗ ਲਓ। ਪਾਤਸ਼ਾਹ ਕਹਿੰਦੇ ਦੱਸੋ ਹੋਰ ਕੀ ਚਾਹੀਦਾ, ਤੁਸੀਂ ਰਹੋ ਇੱਥੇ ਤੇ ਉੱਦਾਂ ਜੋ ਤੁਹਾਨੂੰ ਕੋਈ ਚੀਜ਼ ਚਾਹੀਦੀ ਹੈ ਜਾਂ ਕੋਈ ਬਾਤ ਸਾਡੇ ਨਾਲ ਤੁਸੀਂ ਸਾਂਝੀ ਕਰਨੀ ਚਾਹੁੰਦੇ ਆ, ਕਰ ਸਕਦੇ ਹੋ। ਜਿਹੜੀ ਤੁਹਾਨੂੰ ਮੰਗ ਚਾਹੀਦੀ ਉਹ ਲੈ ਸਕਦੇ ਹੋ। ਸੰਗਤ ਬਿਨੈ ਮਾਨਵੇ ਜੋਗ। ਤੇ ਗੁਰੂ ਨਾਨਕ ਦਾ ਇਹ ਪੰਥ ਹੈ ਤੇ ਸੰਗਤਾਂ ਦੀ ਬੇਨਤੀ ਨੂੰ ਪਹਿਲ ਦਿੱਤੀ ਜਾਂਦੀ ਹੈ ਇਸ ਘਰ ਦੇ ਵਿੱਚ। ਇਸ ਕਰਕੇ ਦਿੱਲੀ ਦੀਆਂ ਸੰਗਤਾਂ ਜੇ ਹੁਣ ਬੇਨਤੀ ਕਰ ਰਹੀਆਂ ਨੇ ਤੇ ਇਹਨਾਂ ਦੀ ਬੇਨਤੀ ਜਿਹੜੀ ਮੰਨਣਯੋਗ ਹੈ। ਸਾਹਿਬ ਸੱਚੇ ਪਾਤਸ਼ਾਹ ਆਪਣੇ ਮਹਿਲਾਂ ਨੂੰ ਕਹਿ ਰਹੇ ਨੇ, ਤੁਸੀਂ ਹੁਣ ਸੰਗਤਾਂ ਦੀ ਬੇਨਤੀ ਪ੍ਰਵਾਨ ਕਰੋ ਤੇ ਤੁਸੀਂ ਦਿੱਲੀ ਦੇ ਵਿੱਚ ਰਹੋ। ਸੇਵਾ ਕਰਹਿ ਸਰਬ ਸਿੱਖ ਲੋਗ। ਦਿੱਲੀ ਦੇ ਸਾਰੇ ਲੋਕ, ਦਿੱਲੀ ਵਿੱਚ ਰਹਿਣੇ ਵਾਲੇ ਸਾਰੇ ਤੁਹਾਡੀ ਸੇਵਾ ਵਿੱਚ ਹੋਣਗੇ। ਬਲਕਿ ਸਰਬ ਲੋਕ ਮਹਾਰਾਜ ਨੇ ਜਿਹੜਾ ਇਹ ਵੀ ਨਾਲ ਵਚਨ ਕਰ ਦਿੱਤਾ ਹੈ, ਸਤਿਗੁਰੂ ਜੀ ਨੂੰ ਪਤਾ ਸੀ ਕਿਸੇ ਟਾਈਮ ਐਸਾ ਸਮਾਂ ਵੀ ਆਵੇਗਾ, ਸਮੁੱਚੇ ਪੰਥ ਦੀ ਅਗਵਾਈ ਮਾਤਾ ਜੀ ਨੇ ਕਰਨੀ ਹੈ। ਇਸ ਕਰਕੇ ਸਾਰੇ ਹੀ ਤੁਹਾਡੀ ਸੇਵਾ ਦੇ ਵਿੱਚ ਹੋਣਗੇ। ਸ੍ਰੀ ਅੰਮ੍ਰਿਤਸਰ ਆਦ ਸਥਾਨ। ਹੁਣ ਸੋ ਸ਼੍ਰੀ ਅੰਮ੍ਰਿਤਸਰ ਸਾਹਿਬ, ਸੋ ਆਦਿਕ ਹੋਰ ਜਿਤਨੇ ਵੀ ਧਾਰਮਿਕ ਸਥਾਨ, ਗੁਰ ਇਤਿਹਾਸਕ ਸਥਾਨ ਨੇ, ਜਹ ਕਹਿ ਟਿਕੇ ਮਸੰਦ ਮਹਾਨ। ਜਿੱਥੇ ਜਿੱਥੇ ਮਸੰਦ ਟਿਕੇ ਹੋਏ ਨੇ ਤੇ ਸੰਗਤਾਂ ਦੇ ਪਾਸੋਂ ਸੇਵਾ ਕਰਵਾ ਰਹੇ ਨੇ। ਤੇ ਫਿਰ ਉਹ ਇੱਕ ਰੀਤ ਚੱਲੀ ਹੋਈ ਹੈ, ਜਿਹੜੇ ਮਸੰਦ ਨੇ ਸੰਗਤਾਂ ਪਾਸੋਂ ਮਾਇਆ ਲੈਂਦੇ ਨੇ ਤੇ ਮਾਇਆ ਫਿਰ ਤੇ ਗੁਰੂ ਘਰ ਵਿੱਚ ਜਮ੍ਹਾਂ ਕਰਾਉਂਦੇ ਨੇ। ਇੱਕ ਸੋ ਰੀਤ ਜੋ ਚੱਲੀ ਹੋਈ ਹੈ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇਹ ਰੀਤ ਸ਼ੁਰੂ ਕੀਤੀ ਸੀ। ਸਰਬ ਦਰਬ ਇਹ ਅਰਪਣ ਕਰਹੀ। ਇਹ ਰੀਤ ਵੀ ਇਦਾਂ ਜੀ ਚੱਲਦੀ ਰਹੇਗੀ। ਫਿਰ ਇਹ ਸਾਰੇ ਤੁਹਾਡੇ ਕੋਲ ਆਉਣਗੇ, ਤੁਹਾਨੂੰ ਦਸਵੰਧ ਦੀ ਮਾਇਆ ਹਾਜ਼ਰ ਕਰਨਗੇ। ਨਿਜ ਨਿਜ ਥਲ ਮਹਿ ਥਿਰਤਾ ਧਰਹੀ। ਇਹ ਫਿਰ ਤੁਹਾਡੇ ਕੋਲ ਆਉਣਗੇ। ਸੱਚੇ ਪਾਤਸ਼ਾਹ ਨਾਲੇ ਵੀ ਕਹਤਾ ਫਿਰ ਆਪੋ ਆਪਣੇ ਸਥਾਨਾਂ ਦੇ ਉੱਤੇ ਇਹਨਾਂ ਦਾ ਟਿਕਾਅ ਵੀ ਬਣਿਆ ਰਹੇਗਾ। ਸੋ ਜੇ ਇੱਦਾਂ ਹੀ ਜਦੋਂ ਗੁਰੂ ਘਰ ਵਿੱਚ ਆਉਂਦੇ ਹੁੰਦੇ ਸੀ ਮਸੰਦ ਤੇ ਇਹਨਾਂ ਨੂੰ ਫਿਰ ਸਰੂਪਾ ਮਿਲਦਾ ਹੁੰਦਾ ਸੀਗਾ। ਤੇ ਫਿਰ ਸਰੂਪਾ ਮਿਲਣ ਦਾ ਕਾਰਨ ਇਹ ਹੁੰਦਾ ਸੀ ਵੀ ਹਾਂ ਵੀ ਤੁਸੀਂ ਆਪਣੀ ਜਗ੍ਹਾ ਤੇ ਟਿਕ ਕੇ ਸੇਵਾ ਕਰੀ ਜਾਣੀ। ਹੁਣ ਇਹ ਤੁਹਾਡੇ ਕੋਲ ਆਇਆ ਕਰਨਗੇ ਤੇ ਖਜ਼ਾਨੇ 'ਚ ਮਾਇਆ ਜਮ੍ਹਾਂ ਕਰਾਇਆ ਕਰਨਗੇ। ਫਿਰ ਸੋ ਸਰੂਪਾ ਪ੍ਰਾਪਤ ਕਰਕੇ ਤੇ ਇਹ ਆਪੋ ਆਪਣੇ ਸਥਾਨਾਂ ਤੇ ਫਿਰ ਸੇਵਾ ਵਿੱਚ ਲੱਗ ਜਾਇਆ ਕਰਨਗੇ। ਤਵ ਥਿਰ ਹੋਵਨ ਤੇ ਇਸ ਦੇਸ਼। ਜੇ ਤੁਸੀਂ ਦਿੱਲੀ ਦੇ ਵਿੱਚ ਇੱਥੇ ਆਪਣਾ ਟਿਕਾ ਕਰੋਗੇ ਤੇ ਫਿਰ ਇਸ ਇਲਾਕੇ ਵਿੱਚ, ਭਾਵ ਸਾਰੇ ਪੰਜਾਬ ਦੇ ਵਿੱਚ ਉੱਤਰੀ ਖੇਤਾ ਜਿਹੜਾ ਸਾਰਾ ਹੈ, ਰੀਤ ਪ੍ਰਥਮ ਕੀ ਰਹਿ ਅਸ਼ੇਸ਼। ਜੋ ਵੱਡੇ ਗੁਰੂ ਸਾਹਿਬਾਨਾਂ ਨੇ ਰੀਤ ਚਲਾਈ ਹੋਈ ਹੈ ਵੀ ਮਸੰਦ ਦਸਵੰਧ ਦੀ ਮਾਇਆ ਲਿਆ ਕੇ ਸੰਗਤਾਂ ਦੀ ਖਜ਼ਾਨੇ 'ਚ ਜਮ੍ਹਾਂ ਕਰਾਉਂਦੇ ਨੇ, ਤੇ ਉਹ ਫਿਰ ਰੀਤ ਵੀ ਬਰਕਰਾਰ ਰਹੇਗੀ ਜੇ ਤੁਸੀਂ ਇੱਥੇ ਟਿਕੋਗੇ। ਦੇਨ ਲੈਨ ਜਗ ਗੁਰ ਕੀ ਕਾਰ। ਸੋ ਇਹ ਆਦਿ ਕਾਲ ਤੋਂ, ਜਦੋਂ ਤੋਂ ਗੁਰੂ ਸਾਹਿਬ ਜੀ ਨੇ ਪੰਥ ਚਲਾਇਆ ਤੇ ਇਹ ਕਾਰ ਚੱਲੀ ਆਉਂਦੀ, ਗੁਰੂ ਸੰਗਤਾਂ ਦੀ ਕਾਰ ਭੇਟਾ। ਤੇ ਕਾਰ ਭੇਟਾ ਲੈ ਕੇ ਆਉਣਾ ਤੇ ਗੁਰੂ ਪਾਸੋਂ ਸਰੂਪਾ ਲੈਣਾ। ਤੇ ਇਹ ਫਿਰ ਤੁਹਾਡੇ ਇੱਥੇ ਟਿਕਣ ਦੇ ਨਾਲ ਇਹ ਸਾਰੀ ਮਰਜ਼ਾਦਾ ਚੱਲੇਗੀ। ਰਹਿ ਤਿਥਾਹੀ ਨਿਸ਼ਚੈ ਧਾਰ। ਸੋ ਇਹ ਤਦ ਹੀ ਹੋਊਗਾ ਜਦੋਂ ਤੁਸੀਂ ਇੱਥੇ ਨਿਸ਼ਚੈ ਧਾਰਨ ਕਰਕੇ ਟਿਕੋਗੇ ਦਿੱਲੀ ਵਿੱਚ। ਧੂਰ ਧੌਲਰ ਜਗਤ ਤਮਾਸ਼ਾ। ਫਿਰ ਮਹਾਰਾਜ ਕਹਿੰਦੇ ਜਿਹੜਾ ਜਗਤ ਹੈ ਇਹ ਸਾਰਾ ਇੱਕ ਧੂਏ ਦਾ ਪਹਾੜ ਹੈ। ਸੋ ਇਹ ਜਿਹੜਾ ਜਗਤ ਹੈ ਧੂਏ ਕਾ ਪਹਾੜ ਤੇ ਸਾਚਾ ਮਾਨਿਆ ਕੀ ਵਿਚਾਰ। ਇਹਨੂੰ ਸੱਚਾ ਕਿਵੇਂ ਮੰਨ ਲਿਆ? ਜਿਵੇਂ ਧੂਏ ਦੇ ਬੱਦਲ ਹੁੰਦੇ ਹੈ ਤੇ ਉਹ ਥੋੜ੍ਹਾ ਚਿਰ ਵਾਸਤੇ ਹੁੰਦੇ, ਫਿਰ ਉਹ ਖਿੰਡ ਪੁੰਡ ਜਾਂਦੇ ਹੈ, ਧੂਏ ਦਾ ਪਹਾੜ ਬਣ ਜਾਂਦਾ, ਕਿੱਧਰ ਚਲੇ ਜਾਂਦਾ ਹੈ। ਸੋ ਇਹ ਜਗਤ ਤਾਂ ਇੱਕ ਧੂਏ ਦਾ ਪਹਾੜ ਹੈ, ਧੂਏ ਦਾ ਮਹਿਲ ਹੈ। ਇਹਨੂੰ ਕਦੀ ਵੀ ਸੱਚਾ ਨਹੀਂ ਜਾਣਨਾ ਚਾਹੀਦਾ। ਸੱਚਾ ਜਾਣ ਕੇ ਕਦੀ ਇਸ ਵਿੱਚ ਮੋਹ ਨਹੀਂ ਪਾਉਣਾ ਚਾਹੀਦਾ। ਇਸ ਥਿਰਤਾ ਕੋ ਕਿਆ ਪਰਵਾਸਾ। ਤੇ ਇਸ ਸੰਸਾਰ ਦੇ ਸਥਿਰ ਰਹਿਣ ਦਾ ਭਰੋਸਾ ਹੀ ਕੋਈ ਨਹੀਂ ਹੈ। ਨਾਲੇ ਸੰਸਾਰ ਦਾ ਇਹਦਾ ਜਿਹੜਾ ਨਾਮ ਸੰਸਾਰ, ਸੰਸਕ੍ਰਿਤੀ ਦਾ ਸ਼ਬਦ ਹੈ, ਸੰਸਕ੍ਰਿਤੀ ਦਾ ਸੰਸਾਰ। ਸੋ ਜਿਹੜਾ
ਇੱਕ ਜਗ੍ਹਾ ਟਿਕ ਕੇ ਨਾ ਰਹੇ, ਚਲਾਏਮਾਨ ਰਹੇ। ਚਲਾਏਮਾਨ ਇਹਦਾ ਨਾਂ ਹੀ ਇਸੇ ਕਰਕੇ ਤੈਨੂੰ ਸੰਸਾਰ ਕਹਿੰਦੇ, ਇਹਨੇ ਟਿਕੜਾ ਥੋੜ੍ਹੀ ਹੈ, ਇਹ ਤਾਂ ਚਲਾਏਮਾਨ ਹੈ। ਇਹ ਰੋਜ਼, ਸੋ ਇਹ ਨਸ਼ਟ ਹੋ ਰਿਹਾ ਹੈ, ਰੋਜ਼ ਬਣ ਰਿਹਾ ਹੈ। ਮੌਤ ਰੋਜ਼ ਹੈ, ਜਨਮ ਰੋਜ਼ ਹੈ, ਖਿਨ ਖਿਨ ਪਲ ਪਲ ਮੌਤ ਹੈ, ਖਿਨ ਖਿਨ ਪਲ ਪਲ ਜਨਮ ਹੈ। ਕਰਤੇ ਪੁਰਖ ਦੀ ਖੇਡ ਐਸੀ ਹੈ। ਸਮਦਰਿਆਓ ਚਲਿਓ ਨਿਤ ਜਾਤ। ਇਹ ਸੰਸਾਰ ਤਾਂ ਦਰਿਆ ਦੀ ਨਿਆਈ ਹੈ। ਜਿਵੇਂ ਦਰਿਆ ਜਿਹੜਾ ਹੁੰਦਾ ਨਾ, ਇਹਦੇ ਵਿੱਚ ਪਾਣੀ ਭਰਿਆ ਰਹਿੰਦਾ ਹੈ। ਹੁਣ ਆਪਾਂ ਦਰਿਆ ਦੇ ਕੰਢੇ ਹੋ ਕੇ ਵੇਖ ਲਈਏ, ਖੜ ਜਾਈਏ, ਅਤੇ ਜਿਸ ਪਾਣੀ 'ਤੇ ਨਿਗਾਹ ਜਾਂਦੀ, ਥੋੜ੍ਹੀ ਦੇਰ ਬਾਅਦ ਉਹ ਪਾਣੀ ਕਿੰਨੇ ਦੂਰ ਚਲ ਜਾਂਦਾ, ਪਿੱਛੋਂ ਪਾਣੀ ਹੋਰ ਆ ਜਾਂਦਾ। ਤਾਂ ਇਹ ਦਰਿਆ ਭਰਿਆ ਹੀ ਰਹਿੰਦਾ। ਕਿੰਨਾ ਪਾਣੀ ਚਲਾ ਗਿਆ, ਕਿੰਨਾ ਹੋਰ ਆ ਗਿਆ, ਕਿੰਨੀਆਂ ਮੌਤਾਂ ਹੋ ਗਈਆਂ, ਜਨਮ ਹੋਰ ਹੋ ਗਏ। ਸੱਚੇ ਪਾਤਸ਼ਾਹ ਕਹਿੰਦੇ ਸੰਸਾਰ ਤਾਂ ਦਰਿਆ ਵਾਂਗ ਹੈ, ਦਰਿਆ ਦੇ ਵਹਿਣ ਵਾਂਗ ਹੈ। ਜਿਹੜੇ ਜਨਮ ਲੈਂਦੇ ਨੇ ਉਹ ਜਾ ਰਹੇ ਨੇ, ਮਰ ਰਹੇ ਨੇ, ਅੱਗੋਂ ਹੋਰ ਜਨਮ ਹੋ ਰਿਹਾ ਹੈ। ਭਰਿਓ ਰਹਿ ਇੱਕ ਸਮ ਦਿਖ ਰਾਤ। ਤੇ ਇਹ ਸੰਸਾਰ ਭਰਿਆ ਰਹਿੰਦਾ ਹੈ, ਇਹ ਨਹੀਂ ਖਾਲੀ ਹੁੰਦਾ। ਜਿਵੇਂ ਦਰਿਆ ਭਰਿਆ ਰਹਿੰਦਾ, ਪਾਣੀ ਅੱਗੇ ਨਿਕਲ ਜਾਂਦਾ ਹੈ, ਅਤੇ ਦਰਿਆ ਭਰਿਆ ਮਹਿਸੂਸ ਹੁੰਦਾ। ਕਦੀ ਮਹਿਸੂਸ ਹੀ ਨਹੀਂ ਵੀ ਹਾਂ ਇੰਨਾ ਪਾਣੀ ਨਿਕਲੇ, ਦਰਿਆ ਤਾਂ ਖਾਲੀ ਹੋ ਜਾਣਾ। ਸੱਚੇ ਪਾਤਸ਼ਾਹ ਕਹਿੰਦੇ ਸੰਸਾਰ ਵੀ ਖਾਲੀ ਨਹੀਂ ਹੁੰਦਾ। ਜਿੰਨੀਆਂ ਮਰਜ਼ੀ ਮੌਤਾਂ ਹੋਣ, ਉਹਨੇ ਖਾਲੀ ਕਰਨਾ, ਇੱਕੇ ਵਾਰੀ ਕਰਨਾ। ਹੁਣ ਕਰਤੇ ਪੁਰਖ ਦੀ ਸ੍ਰਿਸ਼ਟੀ ਦੀ ਸਮਝ, ਮਤਲਬ ਜਿਵੇਂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ, ਕੀਤਾ ਵਸਾਓ ਇੱਕੋ ਕਮਾਓ। ਜੇ ਉਹਨੇ ਬਣਾਇਆ ਇੱਕੋ ਵਚਨ ਦੇ ਨਾਲ ਹੈ, ਜਦੋਂ ਖਤਮ ਕਰਨਾ ਤਾਂ ਇੱਕੋ ਵਚਨ ਦੇ ਨਾਲ ਸਾਰਾ ਹੀ ਖਤਮ ਕਰਨਾ, ਕਿਸੇ ਦਾ ਸੋਗ ਵੀ ਨਾ ਰਹੇ ਕੋਈ। ਅਤੇ ਇਹ ਨਹੀਂ ਵੀ ਹਾਂ ਥੋੜ੍ਹਾ ਥੋੜ੍ਹਾ ਕਰਕੇ ਖਤਮ ਕਰੇਗਾ। ਇਹ ਖੇਡ ਉਹਦੀ ਰੋਜ਼ ਦੀ ਹੈ, ਜਨਮ ਦੀ ਅਤੇ ਮੌਤ ਦੀ ਰੋਜ਼ ਦੀ ਖੇਡ ਹੈ। ਜਦੋਂ ਉਹਨੇ ਖਤਮ ਕਰਨਾ, ਜਦੋਂ ਸਾਰਾ ਕੁਝ, ਨਾ ਦਿਨ ਰਹਿਣ, ਚੰਦ ਨਾ ਸੂਰਜ, ਜਦੋਂ ਕੁਝ ਵੀ ਨਹੀਂ ਰਹਿਣਾ, ਸੁੰਨ ਸਮਾਧੀ ਵਿੱਚ ਉਹਨੇ ਜਾਣਾ, ਇੱਕੇ ਵਚਨ ਦੇ ਨਾਲ ਖਤਮ ਕਰੇਗਾ। ਇੱਕ ਵਚਨ ਦੇ ਨਾਲ ਸੰਸਾਰ ਨੂੰ ਪੈਦਾ ਕਰਨੇ ਵਾਲਾ ਇੱਕ ਵਚਨ ਦੇ ਨਾਲ ਹੀ ਖਤਮ ਕਰੇਗਾ। ਅਤੇ ਬਾਕੀ ਜਨਮ ਮਰਨ ਰੋਜ਼ ਦੀ ਖੇਡ ਹੈ, ਉਹ ਕਰ ਰਿਹਾ ਹੈ। ਇੰਜ ਸੰਸਾਰ ਖਾਲੀ ਨਹੀਂ ਹੁੰਦਾ ਹੈ। ਇਤਿਆਦਕ ਪ੍ਰਭੂ ਬਹੁ ਸਮਝਾਈ। ਇੰਜ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਹਿਲਾਂ ਨੂੰ ਮਾਤਾ ਸੁੰਦਰ ਕੌਰ ਜੀ ਨੂੰ ਬਹੁਤ ਸੋਹਣੇ ਦ੍ਰਿਸ਼ਟਾਂਤ ਦੇ ਕਰਕੇ ਸਮਝਾਇਆ ਹੈ। ਭਰੇ ਬਿਲੋਚਨ ਅਛਰ ਗਿਰਾਈ। ਹੁਣ ਅੱਖਾਂ ਭਰੀਆਂ ਹੋਈਆਂ ਮਾਤਾ ਜੀ ਦੀਆਂ, ਅਤੇ ਉਹ ਅੰਸੂ ਪਾਣੀ ਜਿਹੜਾ, ਸੋ ਉਹ ਦੁੱਖ ਜਿਹੜਾ ਸੀ ਪੁੱਤਰ ਦਾ, ਸਾਹਿਬਜ਼ਾਦਾ ਜੀ ਦਾ, ਅਤੇ ਉਹ ਨਿਕਲ ਰਿਹਾ ਹੈ। ਉਹ ਵਿਛੋੜੇ ਦੇ ਅੰਸੂ ਹੈ, ਦੁੱਖ ਦੇ ਅੰਸੂ ਨਿਕਲੇ ਨੇ ਅੱਖਾਂ 'ਚੋਂ। ਸ੍ਰੀ ਗੁਰ ਸੰਗ ਸਿੱਖ ਸੁਨਿਆਰਾ। ਸੋ ਇਸੇ ਤਰ੍ਹਾਂ ਇੱਕ ਹੋਰ ਗੁਰੂ ਸਾਹਿਬ ਜੀ ਦੇ ਨਾਲ ਇੱਕ ਸੁਨਿਆਰਾ ਸਿੱਖ ਰਹਿੰਦਾ ਸੀ, ਬੜੀ ਸੇਵਾ ਕਰ ਰਿਹਾ ਸੀ। ਰਹਿਓ ਪੁੱਤਰ ਜਾਚਿਤ ਬਹੁ ਬਾਰਾ। ਇਹ ਹਰ ਵਾਰ ਪੁੱਤਰ ਦੀ ਮੰਗ ਕਰਦਾ ਹੈ, ਅਤੇ ਮੇਰੇ ਕੋਈ ਪੁੱਤਰ ਨਹੀਂ। ਸੱਚੇ ਪਾਤਸ਼ਾਹ ਤੁਹਾਡੇ ਘਰ ਵੀ ਸਭ ਕੁਝ ਆ, ਪੁੱਤਰ ਦੀ ਦਾਤ ਦੇ ਦਿਓ ਜੀ। ਕੇਤਕ ਸਮੇਂ ਬਿਤਾਵਤ ਭਇਓ। ਕੁਝ ਸਮਾਂ ਬਤੀਤ ਹੋ ਗਿਆ। ਇੱਕ ਦਿਨ ਸੰਗ ਪ੍ਰਭੂ ਕੇ ਗਇਓ। ਇੱਕ ਦਿਨ ਇਹ ਗੁਰੂ ਸਾਹਿਬ ਜੀ ਬਾਹਰ ਗਏ, ਅਤੇ ਸੈਰ 'ਤੇ ਜਾਂ ਸ਼ਿਕਾਰ 'ਤੇ, ਇਹ ਸੁਨਿਆਰਾ ਸਿੱਖ ਵੀ ਨਾਲ ਹੀ ਸੀ। ਤ੍ਰਿਆ ਵਹਿਰ ਇੱਕ ਬਾਰਕ ਗੇਰਾ। ਅਤੇ ਇੱਕ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਹੈ। ਬੱਚੇ ਨੂੰ ਜਨਮ ਦਿੱਤਾ, ਜਾਂ ਬੱਚੇ ਨੂੰ ਜਨਮ ਦਿੱਤਾ ਹੋਇਆ ਸੀਗਾ, ਅਤੇ ਹੁਣ ਬੱਚੇ ਦਾ ਬਾਪ ਨਹੀਂ ਸੀ ਪਤਾ, ਸੋ ਇਹਨੇ ਗਲਤੀ ਕੀਤੀ ਹੋਈ ਸੀ, ਅਤੇ ਬੱਚੇ ਨੂੰ ਨਾ ਬਾਹਰ ਛੱਡ ਦਿੱਤਾ ਇਸਨੇ। ਸੋ ਬਹੁਤ ਵੱਡਾ ਘੋਰ ਅਪਰਾਧ। ਪਹਿਲੋਂ ਤਾਂ ਇਹ ਅਪਰਾਧ ਕੀਤਾ ਕਿ ਗਲਤ ਰਿਸ਼ਤਾ ਬਣਾਇਆ ਮਾਤਾ ਪਿਤਾ ਦੀ ਆਗਿਆ ਤੋਂ ਬਿਨਾਂ, ਸਮਾਜ ਦੀ ਧਰਮ ਦੀ ਆਗਿਆ ਤੋਂ ਬਿਨਾਂ। ਸੋ ਇਹ ਇੱਕ ਵਿਵਚਾਰ ਕੀਤਾ ਹੈ, ਗਲਤ ਰਿਸ਼ਤਾ, ਇਹ ਅਪਰਾਧ ਹੋ ਗਿਆ। ਅਤੇ ਫਿਰ ਉਹ ਨਿੱਕੀ ਜਿੰਦ ਨੂੰ, ਸੋ ਉਹਨੂੰ ਕਿਹਦੇ ਆਸਰੇ ਛੱਡ ਜਾਣਾ, ਅਤੇ ਉਹ ਦੂਜਾ ਵੱਡਾ ਅਪਰਾਧ ਕਰ ਦਿੱਤਾ। ਅਤੇ ਫਿਰ ਕਿੱਥੋਂ ਕੋਈ ਸੁੱਖ ਦੀ ਪ੍ਰਾਪਤੀ ਹੋਵੇਗੀ, ਫਿਰ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਅਤੇ ਉਹ ਪਾਲਣਹਾਰ ਬੜਾ ਬੇਅੰਤ ਹੈ, ਅਤੇ ਜਿਸ ਨੇ ਪੈਦਾ ਕੀਤਾ ਹੁੰਦਾ ਪਾਲਣਾ ਹੀ ਪਾਲਣਾ, ਉਹ ਬੜਾ ਬੇਅੰਤ ਹੈ। ਅਤੇ ਉਹ ਬੀਬੀ ਨੇ ਬੱਚੇ ਨੂੰ ਜਨਮ ਦਿੱਤਾ, ਅਤੇ ਉਹਨੂੰ ਲਪੇਟ ਕੇ ਨਾ ਬਾਹਰ ਹੀ ਛੱਡ ਦਿੱਤਾ। ਅਤੇ ਗੁਰੂ ਸਾਹਿਬ ਜੀ ਨੇ ਦਿੱਤਾ ਵੀ ਇਹ ਨਾ ਸਾਰਿਆਂ ਦੀ ਅੱਖ ਬਚਾ ਕੇ ਦੂਰ ਉਹ ਬੱਚੇ ਨੂੰ ਛੱਡ ਕੇ ਚਲੀ ਗਈ। ਗਮੰਤ ਪੰਥ ਗੁਰੂ ਤਬ ਹੇਰਾ। ਮਹਾਰਾਜ ਨੇ ਜਾਂਦੇ ਜਾਂਦੇ ਉਹਨੂੰ ਕਾਰਵਾਈ ਕਰਦਿਆਂ ਵੇਖ ਲਿਆ ਸੀ ਵੀ ਉਹ ਬੱਚਾ ਛੱਡ ਗਈ ਹੈ। ਸੁਨਿਆਰੇ ਸਿੱਖ ਸਨ ਫਰਮਾਇਓ। ਮਹਾਰਾਜ ਉਹਨੂੰ ਕਹਿਣ ਲੱਗੇ ਸੁਨਿਆਰੇ ਸਿੱਖ ਨੂੰ,
ਜਾਚਤ ਪੁੱਤਰ ਅਚਾਨਕ ਪਾਇਓ। ਕਹਿੰਦੇ ਲੈ ਤੂੰ ਪੁੱਤਰ ਮੰਗਦਾ ਰਹਿੰਦਾ ਸੀ, ਲੈ ਤੈਨੂੰ ਤਾਂ ਪੁੱਤਰ ਮਿਲ ਗਿਆ। ਕਹਿੰਦੇ ਹੁਣ ਪ੍ਰਿਤ ਪਾਰਹੁ ਕਰ ਪਿਆਰ ਦੁਲਾਰਾ। ਲੈ ਪੁੱਤਰ ਲੈ ਲਾ। ਪਾਤਸ਼ਾਹ ਕਹਿੰਦੇ ਇਹਨੂੰ ਪਾਲ ਪਿਆਰ ਦੇ ਨਾਲ। ਤੋਰ ਕਾਮਨਾ ਪੁਰਬ ਉਦਾਰਾ। ਤੇਰੀ ਕਾਮਨਾ ਪੂਰੀ ਹੋ ਗਈ ਪੁੱਤਰ ਦੀ ਪ੍ਰਾਪਤੀ ਦੀ। ਸੁਨ ਕੇ ਸਿੱਖ ਕਰ ਜੋਰਤ ਕਹਿਓ। ਅੱਗੋਂ ਸਿੱਖ ਹੱਥ ਜੋੜ ਕੇ ਕਹਿੰਦਾ ਪਾਰਨ ਕਾਰਨ ਮੈਂ ਨਹਿ ਲਹਿਓ। ਮਹਾਰਾਜ ਕਿੱਦਾਂ ਪਾਲ ਸਕਦਾ ਮੈਂ ਇਸ ਨੂੰ? ਵੀ ਜਨਮ ਦੇਣੇ ਵਾਲੀ ਮਾਤਾ ਹੋ ਰਿਹਾ, ਵੀ ਬੱਚੇ ਨੂੰ ਹਨਾ ਦੁੱਧ ਚਾਹੀਦਾ ਮਾਤਾ ਦਾ। ਮਹਾਰਾਜ ਕਿਵੇਂ ਪਾਲਿਆ ਜਾ ਸਕਦਾ ਹੈ? ਕੋ ਤ੍ਰਿਯ ਸਥਨ ਸੋ ਦੁਗਦਾ ਦੇ। ਤੇ ਉਹ ਜਿਹਨੇ ਨੂੰ ਜਨਮ ਦਿੱਤਾ ਉਹਦੇ ਆਸਥਣਾ 'ਚ ਤਾਂ ਦੁੱਧ ਹੈ, ਤੇ ਦੁੱਧ ਤੋਂ ਬਿਨਾਂ ਬੱਚਾ ਕਿਵੇਂ ਪਲ ਸਕਦਾ ਹੈ? ਜੇ ਅੰਨ ਨਹੀਂ ਖਾ ਸਕਦਾ, ਦੰਦ ਨਹੀਂ ਹੈ, ਤੇ ਬੱਚੇ ਨੂੰ ਦੁੱਧ ਚਾਹੀਦਾ ਮਾਂ ਦਾ, ਤੇ ਮਹਾਰਾਜ ਕਿਵੇਂ ਪਲ ਸਕਦਾ ਹੈ? ਤਉ ਇਹ ਬੱਚਾ ਅੰਨ ਅਚਲੇ ਹੈ। ਜੇ ਇਹਨੂੰ ਪਹਿਲੋਂ ਦੁੱਧ ਦੀ ਖੁਰਾਕ ਮਿਲ ਗਈ, ਮਾਂ ਦਾ ਦੁੱਧ ਮਿਲੇਗਾ, ਫਿਰ ਹੌਲੀ ਹੌਲੀ ਜਿੱਦਾਂ ਦੰਦ ਆ ਜਾਂਦੇ ਤੇ ਅੰਨ ਖਾਂਦਾ ਜਦੋਂ, ਫਿਰ ਬੱਚਾ ਪਲਦਾ। ਯਕਦਮ ਥੋੜੀ ਇਹਨੂੰ ਅੰਨ ਦੇ ਸਕਦੇ ਆ, ਬਿਨਾਂ ਦੁੱਧ ਤੋਂ ਕਿਵੇਂ ਪਲੇਗਾ? ਜਾਂ ਕੋ ਯਤਨ ਕਰਹੁ ਫੁਰਮਾਵਨ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਾਂ ਕੋਈ ਯਤਨ ਕਰੋ, ਕਿਰਪਾ ਕਰੋ। ਸੁਨ ਬਿਨਤੀ ਬੋਲੇ ਜਸ ਪਾਵਨ। ਤੇ ਮਹਾਰਾਜ ਪਾਤਸ਼ਾਹ ਜੀ ਕਹਿਣ ਲੱਗੇ ਉਹਦੀ ਬੇਨਤੀ ਨੂੰ ਸੁਣ ਕੇ, ਜਲ ਕੋ ਵਾਹਿਗੁਰੂ ਕਹਿ ਲੀਜੈ। ਹੁਣ ਮਹਾਰਾਜ ਕਰਨ ਸਮਰੱਥ ਨੇ, ਬੜੀਆਂ ਸਾਖੀਆਂ ਕਥਾ ਕਹਾਣੀਆਂ ਸਾਰੇ ਭਰਮ ਭੁਲੇਖੇ ਦੂਰ ਕਰਦੀ। ਪਾਤਸ਼ਾਹ ਕਹਿੰਦੇ ਤੂੰ ਇਦਾਂ ਕਰੀ, ਬੱਚੇ ਨੂੰ ਚੱਕ ਲਾ। ਪਾਤਸ਼ਾਹ ਕਹਿੰਦੇ ਤੇ ਜਲ ਲੈਣਾ, ਤੇ ਜਲ ਨੂੰ ਨਾ ਵਾਹਿਗੁਰੂ ਕਹਿਣਾ ਆ। ਪਾਤਸ਼ਾਹ ਕਹਿੰਦੇ ਨਿਜ ਤ੍ਰਿਯ ਸਥਲ ਪੁਖਾਰਨ ਕੀਜੈ। ਤੇ ਆਪਣੀ ਔਰਤ ਦੇ ਜਿਹੜੇ ਤੇਰੇ ਅਸਥਣ ਨੇ ਨਾ, ਉਹਨਾਂ ਨੂੰ ਧੋਣਾ। ਵਾਹਿਗੁਰੂ ਕਹਿ ਕੇ ਪਾਣੀ ਲੈ ਕੇ, ਵਾਹਿਗੁਰੂ ਕਹਿ ਕੇ ਉਹਨਾਂ ਨੂੰ ਧੋ ਦੇਣਾ ਹੈ। ਬਾਰਕ ਜਬ ਉਸ਼ੰਗ ਮਹਿ ਪਾਏ। ਜਦੋਂ ਤੂੰ ਆਪਣੀ ਇਸਤਰੀ ਦੀ ਗੋਦੀ ਵਿੱਚ ਬੱਚੇ ਨੂੰ ਪਾਵੇਂਗਾ, ਦੁਗਧ ਕੁੰਚਨ ਮਹਿ ਤਬ ਹੋਏ ਜਾਏ। ਉਸੇ ਵਕਤ ਉਹਦੇ ਅਸਥਣਾਂ ਚੋਂ ਦੁੱਧ ਉਤਰ ਆਵੇਗਾ। ਤਿਸ ਤੈ ਪਾਰਨ ਸਿਸ ਵਹਿ ਪਾਵੈ। ਬਸ ਵੇ ਤੂੰ ਇਦਾਂ ਤੁਸੀਂ ਪਾਲ ਲਿਓ, ਕਿਉਂਕਿ ਮਾਤਾ ਦਾ ਦੁੱਧ, ਸੋ ਉਹਨੂੰ ਦੁੱਧ ਜਿਹੜਾ ਆ ਆਪਣੀ ਮਾਂ ਦਾ ਹੀ ਮਿਲੇਗਾ। ਹੁਣ ਜਦ ਅਸੀਂ ਕਹਿਤਾ, ਪਾਤਸ਼ਾਹ ਕਹਿੰਦੇ ਵੀ ਇਹਦੀ ਮਾਤਾ ਉਹੀ, ਤੂੰ ਇਹਦਾ ਪਿਤਾ ਆ, ਇਹ ਦੁੱਧ ਵੀ ਇਸ ਨੂੰ ਪ੍ਰਾਪਤ ਹੋਵੇਗਾ। ਬਿਨ ਸੰਸੈ ਇਹੋ ਵੱਡ ਹੋਏ ਜਾਵੈ। ਤੇ ਫਿਰ ਵੱਡਾ ਹੋਵੇਗਾ। ਸੰਸਾ ਨਾ ਕਰ ਸਾਡਾ ਬਚਨ ਮੰਨ। ਮਾਨ ਬਾਕ ਸਤਿਗੁਰ ਕੋ ਤਾਂ ਹੈ। ਉਹਨੇ ਸਤਿਗੁਰਾਂ ਦੇ ਬਚਨ ਨੂੰ ਮੰਨਿਆ ਜੀ। ਲਿਓ ਉਠਾਏ ਹਾਥ ਜਗ ਮਾਹੈ। ਤੇ ਇਹਨੇ ਹੱਥਾਂ ਤੇ ਚੱਕ ਲਿਆ ਬੱਚੇ ਨੂੰ। ਜਲ ਤੇ ਭਲੇ ਕਰਾਏ ਸਨਾਨ। ਬੱਚੇ ਦਾ ਇਸ਼ਨਾਨ ਕਰਵਾਇਆ ਜੀ। ਨਿਜ ਦਾਰਾ ਕੋ ਦੀਨਸ ਆਨ। ਤੇ ਬੱਚੇ ਨੂੰ ਆਪਣੀ ਇਸਤਰੀ ਨੂੰ ਬੱਚਾ ਸੰਭਾਲ ਦਿੱਤਾ। ਗੁਰ ਕੋ ਵਾਕ ਸੁਨਾਵਨ ਕੀਓ। ਤੇ ਸਤਿਗੁਰਾਂ ਦੇ ਬਚਨ ਵੀ ਇਸ ਨੂੰ ਦੱਸ ਦਿੱਤੇ। ਸਿੱਖਣੀ ਹਰਖ ਧਾਰ ਉਰ ਲੀਓ। ਉਹ ਬੀਬੀ ਬਹੁਤ ਖੁਸ਼ ਹੋਈ ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ। ਸੋ ਵਿਦ ਕਰੇ ਸਥਨ ਪੈ ਆਵਾ। ਜਿਵੇਂ ਦੱਸਿਆ ਸੀ ਗੁਰੂ ਸਾਹਿਬ ਜੀ ਨੇ, ਇਸੇ ਤਰ੍ਹਾਂ ਹੀ ਉਸਨੇ ਜਲ ਲਿਆ, ਵਾਹਿਗੁਰੂ ਆਖਿਆ, ਤੇ ਉਹਦੇ ਅਸਥਣਾਂ ਨੂੰ ਉਹਨੇ ਧੋ ਲਿਆ। ਸਹਿਤ ਸਨੇ ਸੋ ਨੰਦਨ ਪਿਆਵਾ। ਤੇ ਉਹ ਵਿਸ਼ਵਾਸ ਸੀ ਨਾ, ਭਰੋਸਾ ਸੀ। ਬੱਚਾ ਗੋਦੀ 'ਚ ਪਾਇਆ ਤੇ ਅਸਥਣਾਂ 'ਚ ਦੁੱਧ ਉਤਰਿਆ, ਤੇ ਬੱਚੇ ਨੂੰ ਫਿਰ ਦੁੱਧ ਪਿਲਾਇਆ ਗਿਆ। ਜੇਤ ਰਹਿਓ ਬਾਰਕ ਪ੍ਰਤ ਪਾਰਿਓ। ਫਿਰ ਉਹ ਬੱਚੇ ਨੂੰ ਫਿਰ ਇਹਨਾਂ ਨੇ ਪਾਲਿਆ, ਤੇ ਉਸ ਬੱਚੇ ਦਾ ਫਿਰ ਜੋ ਇਤਿਹਾਸ ਗਾਹਾਂ ਆਉਂਦਾ, ਸੋ ਉਹ ਆਪਾਂ ਸਰਵਣ ਕਰਾਂਗੇ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਗੁਰੂ ਇਤਿਹਾਸ ਦੀ ਕਥਾ ਗੁਰੂ ਜਦੋਂ ਕਿਰਪਾ ਕਰਦਾ, ਫਿਰ ਪੜ੍ਹਨ ਤੇ ਸੁਣਨ ਨੂੰ ਪ੍ਰਾਪਤ ਹੁੰਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਸਾਰੇ ਸਿੱਖਾਂ ਨੂੰ ਸਮਾਂ ਬਖਸ਼ਿਸ਼ ਕਰਨ, ਭੁੱਲਾਂ ਦੀ ਖਿਮਾ ਜੀ। ਆਓ ਆਨੰਦ ਸਾਹਿਬ ਦਾ ਪਾਠ ਕਰੀਏ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ। ਸ਼ਬਦ ਉਤਾਂ ਗਾਵੋ ਹਰੀ, ਖੇਰਾ ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੁ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ।
ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੀ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਹਿੱਸੋ ਪਾਵੇ। ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨੈ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਆਜੇ ਪੰਜ ਸ਼ਬਦ ਨਿਤ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ। ਅਨ ਸੁਣੋ ਵਡਭਾਗੀਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ